ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਵਾਗਤ ਹੈ। ਜਦੋਂ ਅਸੀਂ ਇਤਿਹਾਸ ਦੇ ਪੱਖਾਂ ਤੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ 25ਵੇਂ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹਾਂ ਤਾਂ ਉਸ ਵੇਲੇ ਸਾਡੇ ਸਾਹਮਣੇ ਉਹਨਾਂ ਸਿਟੀ ਕੌਂਸਲਸ ਜਾਂ ਉਹਨਾਂ ਲੋਕਾਂ ਦਾ ਸਤਿਕਾਰ ਦੇਣਾ ਬਣਦਾ ਹੈ ਜਿਨ੍ਹਾਂ ਨੇ ਇਸ ਦਿਨ ਨੂੰ ਆਧਾਰ ਬਣਾ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ ਤੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਬਾਰੇ ਗੱਲਬਾਤ ਕੀਤੀ। ਸਿਟੀ ਆਫ ਬਰਨਵੀ ਤੋਂ ਕੈਨੇਡਾ ਦੇ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਵੱਖ-ਵੱਖ ਸ਼ਹਿਰਾਂ ਤੱਕ ਪਹੁੰਚਿਆ। ਸਿਟੀ ਆਫ ਨਿਊ ਵੈਸਟਮਿਨਿਸਟਰ, ਬਰੈਂਪਟਨ, ਮਿਸੀਸਾਗਾ ਤੇ ਅਖੀਰ ਨੂੰ ਸਰੀ ਦੇ ਵਿੱਚ ਵੀ ਇਸ ਦਾ ਪ੍ਰਭਾਵ ਪਿਆ। ਸੋ ਇਸੇ ਤਰ੍ਹਾਂ ਅਮਰੀਕਾ ਦੇ ਕਈ ਥਾਂ ਜਿੱਥੇ ਕਿ ਉਹਨਾਂ ਦੀ ਯਾਦ ਦੇ ਵਿੱਚ ਪਾਰਕ ਵੀ ਬਣੀ, ਪਾਰਕ ਦਾ ਨਾਂ ਰੱਖਿਆ ਗਿਆ, ਹੋਰ ਉਪਰਾਲੇ ਹੋਏ। ਭਾਰਤ ਦੇ ਪੰਜਾਬ ਦੇ ਵਿੱਚ ਵੀ ਕਈ ਥਾਈਂ ਉਹਨਾਂ ਦੀ ਯਾਦ 'ਚ ਸ਼ਹੀਦੀ ਸਮਾਗਮ ਹੋਏ। ਕੈਨੇਡਾ ਦੀ ਧਰਤੀ 'ਤੇ ਉਸ ਕੌਂਸਲ ਨੂੰ ਜਿਸ ਨੇ ਕਿ ਇਸ ਉਪਰਾਲੇ ਨੂੰ ਆਰੰਭ ਕੀਤਾ ਉਸ ਨੂੰ ਬਕਾਇਦਾ ਸਨਮਾਨਿਤ ਕੀਤਾ ਗਿਆ, ਸਤਿਕਾਰ ਦਿੱਤਾ ਗਿਆ। ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਜਿੱਥੇ ਕਿ ਬੀਬੀ ਬਰਜਿੰਦਰ ਕੌਰ ਨਾਰੰਗ ਅਤੇ ਸਮੂਹ ਉਹਨਾਂ ਦੇ ਸਹਿਯੋਗੀਆਂ ਦਾ ਸਤਿਕਾਰ ਹੋਇਆ। ਅੱਜ ਦਾ ਵਿਸ਼ਾ ਜਿਹੜਾ ਕਿ ਖਾਲੜਾ ਸਾਹਿਬ ਦੇ 25ਵੇਂ ਵਰ੍ਹੇ 'ਤੇ ਜਿਹੜੇ ਜਿੰਨੇ ਯਤਨ ਹੋਏ ਉਹਨਾਂ 'ਤੇ ਕੇਂਦਰਿਤ ਹੈ। ਉੱਥੇ ਨਾਲ ਹੀ ਮਨੁੱਖੀ ਹੱਕਾਂ ਦਾ ਘਾਣ ਜਿਹੜਾ ਉਸ ਤੋਂ ਬਾਅਦ ਵੀ ਜਾਰੀ ਰਿਹਾ। ਘਾਣ ਕਰਨ ਵਾਲੇ ਸੁਮੇਧ ਸੈਣੀ ਵਰਗੇ ਅੱਜ ਜਦੋਂ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਕਿਸ ਤਰੀਕੇ ਨਾਲ ਅਜੇ ਵੀ ਦਰਦ ਮਨਾਉਂਦੇ ਫਿਰਦੇ ਨੇ। ਜਿਨ੍ਹਾਂ ਨੂੰ ਜੈਟ ਸਿਕਿਉਰਿਟੀ ਤੱਕ ਮਿਲੀ ਹੈ, ਜਿਨ੍ਹਾਂ ਦੀ ਸੁਰੱਖਿਆ ਪੂਰੀ ਹੈ, ਉਹ ਪੁਲਿਸ ਨੂੰ ਨਹੀਂ ਲੱਭ ਰਹੇ। ਇੱਕ ਹਾਸੋਹੀਣੀ ਗੱਲ ਹੈ ਕਿ ਪੁਲਿਸ ਤੱਕ ਇਹ ਪਹੁੰਚ ਨਾ ਹੋਵੇ ਜਦ ਕਿ ਪੁਲਿਸ ਤਾਂ ਉਹਨਾਂ ਦੀ ਸੁਰੱਖਿਆ ਦੇ ਰਹੀ ਹੈ। ਕਿਸ ਤਰੀਕੇ ਨਾਲ ਇਸ ਵੇਲੇ ਜਿਹੜੇ ਇਹ ਦਰਿੰਦੇ ਨੇ, ਜਦੋਂ ਕਿ ਆਮ ਸਧਾਰਨ ਵਿਅਕਤੀ ਜਦੋਂ ਕਿ ਉਸ ਨੂੰ ਪੁਲਿਸ ਚੱਕਦੀ ਸੀ ਉਸ ਦੇ ਰਿਸ਼ਤੇਦਾਰਾਂ ਨੂੰ ਕੁੱਟਮਾਰ ਕੀਤੀ ਜਾਂਦੀ ਸੀ, ਅੰਨਾ ਤਸ਼ੱਦਦ ਕੀਤਾ ਜਾਂਦਾ ਸੀ ਅਤੇ ਫਿਰ ਉਹਨਾਂ ਨੂੰ ਵੀ ਜਿਸ ਤਰੀਕੇ ਨਾਲ ਮਾਰ ਮੁਕਾਇਆ ਜਾਂਦਾ ਸੀ। ਅੱਜ ਕਿੰਨੇ ਕੁ ਸੈਣੀ ਦੇ ਆਪਣੇ ਰਿਸ਼ਤੇਦਾਰ ਨਜ਼ਦੀਕੀ ਨੇ ਜਿਨ੍ਹਾਂ ਨੂੰ ਫੜ ਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਬਲਕਿ ਕਿਹਾ ਜਾ ਰਿਹਾ ਕਿ ਵੱਡੇ ਵੱਡੇ ਆਲਾ ਕਿਸਮ ਦੇ ਲੋਕ ਜਿਹੜੇ ਨੇ ਉਹ ਸੈਣੀ ਦੀ ਪੁਸ਼ਤ ਪਨਾਹੀ ਕਰ ਰਹੇ ਨੇ, ਉਹਨਾਂ ਨੂੰ ਬਕਾਇਦਾ ਲੁਕੋਇਆ ਹੋਇਆ, ਉਹ ਪਟੀਸ਼ਨਾਂ ਦਰਖਾਸਤਾਂ ਪਾ ਰਿਹਾ ਹੈ। ਇੱਕ ਚੰਗੀ ਗੱਲ ਹੈ ਕਿ ਜਸਟਿਸ ਫਤਿਹਜੀਤ ਸਿੰਘ ਨੇ ਉਸ ਦੀ ਦਰਖਾਸਤ ਨੂੰ ਰੱਦ ਕੀਤਾ। CBI ਦੇ ਵਾਸਤੇ ਵੀ ਉਹਨੇ ਦਰਖਾਸਤ ਪਾਈ ਸੀ ਕਿਉਂਕਿ ਕੇਂਦਰ ਦੇ ਵਿੱਚ ਅਜੇ ਵੀ ਜਿਹੜੀ ਭਾਈਵਾਲੀ ਹੈ ਉਸ ਨੂੰ ਲੈ ਕੇ ਉਹ ਚਾਹੁੰਦਾ ਸੀ ਕਿ ਮੈਨੂੰ ਸ਼ਾਇਦ ਕੋਈ ਨਾ ਕੋਈ ਰਸਤਾ ਮਿਲੇ, ਪਰ ਅਜਿਹਾ ਨਾ ਹੋਇਆ। ਸੋ ਸ਼ਹੀਦ ਜਸਵੰਤ ਸਿੰਘ ਖਾਲੜਾ ਇੱਕ ਪਾਸੇ ਮਨੁੱਖੀ ਹੱਕਾਂ ਲਈ ਸ਼ਹੀਦ ਹੋਏ, ਜ਼ਾਲਮ ਸੈਣੀ ਅਤੇ ਉਸ ਦੀ ਢਾਣੀ ਇੱਕ ਪਾਸੇ ਜਿਹੜੇ ਮਨੁੱਖੀ ਹੱਕਾਂ ਦਾ ਘਾਣ ਕਰਦੇ ਰਹੇ। ਇਸ ਵਿਸ਼ੇ 'ਤੇ ਅੱਜ ਦੀ ਗੱਲਬਾਤ ਹੋਏਗੀ। ਸਾਡੇ ਮਹਿਮਾਨ ਹੋਣਗੇ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਅੱਜ ਇਸ ਪ੍ਰੋਗਰਾਮ 'ਚ ਸ਼ਾਮਲ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ। ਇਹੋ ਜਿਹੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਤੁਸੀਂ ਉਭਾਰਦੇ ਹੋ, ਤੁਸੀਂ ਵਧਾਈ ਦੇ ਪਾਤਰ ਹੋ। ਮਿਹਰਬਾਨੀ ਗੁਰਪ੍ਰੀਤ ਸਿੰਘ ਜੀ। ਜਿਹੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 25ਵਾਂ ਵਰ੍ਹਾ ਸ਼ਹੀਦੀ ਵਰ੍ਹਾ ਉਸ ਦੇ ਬਾਰੇ ਸਿਟੀ ਆਫ ਬਰਨਵੀ ਤੋਂ ਲੈ ਕੇ ਬਹੁਤ ਸਾਰੇ ਸ਼ਹਿਰਾਂ ਨੇ ਉਪਰਾਲੇ ਕੀਤੇ ਅਤੇ ਬਾਕਾਇਦਾ ਤੌਰ 'ਤੇ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ, ਸਨਮਾਨ ਦਿੱਤਾ ਗਿਆ। ਤੁਸੀਂ ਖੁਦ ਉਸ ਦਾ ਹਿੱਸਾ ਸੀ, ਸਾਨੂੰ ਇਸ ਗੱਲ 'ਤੇ ਮਾਣ ਹੈ ਤੁਹਾਡੇ 'ਤੇ। ਸੋ ਥੋੜ੍ਹਾ ਜਿਹਾ ਜਾਣਕਾਰੀ ਦਿਓ ਇਸ ਦੇ ਬਾਰੇ ਅਤੇ ਉਸ ਤੋਂ ਬਾਅਦ ਅਸੀਂ ਮੌਜੂਦਾ ਸਮੇਂ ਦੇ ਬਾਰੇ ਗੱਲਬਾਤ ਕਰ ਸਕੀਏ। ਗੁਰਜਰ ਸਿੰਘ ਜੀ ਬਹੁਤ ਸ਼ੁਕਰੀਆ ਇਹਨਾਂ ਨੇਕ ਸ਼ਬਦਾਂ ਲਈ, ਪਰ ਮੈਂ ਤਾਂ ਚਲੋ ਇੱਕ ਛੋਟਾ ਮੋਟਾ ਹੀ ਕੰਮ ਕਰ ਸਕਦਾ ਸੀਗਾ, ਪਰ ਵੱਡੀ ਗੱਲ ਤਾਂ ਬਲਜਿੰਦਰ ਕੌਰ ਨਾਰੰਗ ਨੇ ਕੀਤੀ ਆ ਜਿਹੜੀ ਬਰਨਬੀ ਤੋਂ ਸਕੂਲ ਟਰਸਟੀ ਰਹੀ ਆ। ਉਹਦੇ ਉਪਰਾਲਿਆਂ ਸਦਕਾ ਬਰਨਬੀ ਪਹਿਲਾ ਸ਼ਹਿਰ ਸੀ ਗ੍ਰੇਟਰ ਵੈਨਕੂਵਰ 'ਚ ਜਿਸ ਨੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਡੇ ਐਲਾਨਿਆ। ਇਹ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਸੀ। ਬਲਜਿੰਦਰ ਕੌਰ ਨਾਰੰਗ ਕਿਸੇ ਵੇਲੇ ਬਰਨਬੀ ਤੋਂ ਸਕੂਲ ਟਰਸਟੀ ਸੀ। ਬਾਅਦ ਪਿਛਲੀ ਵਾਰ ਉਹਨਾਂ ਨੇ ਸਿਟੀ ਕੌਂਸਲ ਦੀ ਇਲੈਕਸ਼ਨ ਵੀ ਲੜੀ, ਨਹੀਂ ਕਾਮਯਾਬ ਹੋਏ, ਪਰ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਜਸਵੰਤ ਸਿੰਘ ਖਾਲੜਾ ਡੇ ਮੁਕਰਰ ਹੋਵੇ। ਇਸ ਦੇ ਲਈ ਉਹਨਾਂ ਨੇ ਭਾਈਚਾਰੇ ਦੇ ਕੁਝ ਸ਼ਖਸੀਅਤਾਂ ਨੂੰ ਨਾਲ ਲਿਆ, ਸਿਟੀ ਕੌਂਸਲ 'ਤੇ ਜ਼ੋਰ ਪਾਇਆ ਔਰ ਅਖੀਰ 24 ਅਗਸਤ ਨੂੰ ਇਹ ਐਲਾਨਨਾਮਾ ਜਾਰੀ ਹੋਇਆ। ਸੋ 6 ਸਤੰਬਰ 2020 ਨੂੰ ਜਸਵੰਤ ਸਿੰਘ ਖਾਲੜਾ ਡੇ ਘੋਸ਼ਿਤ ਕੀਤਾ ਗਿਆ। ਉਸੇ ਦਿਨ 6 ਸਤੰਬਰ ਨੂੰ ਬਾਕਾਇਦਾ ਸਰੀ ਡੈਲਟਾ ਦੇ ਗੁਰਦੁਆਰੇ ਦੇ ਵਿੱਚ ਵੱਡਾ ਇਕੱਠ ਹੋਇਆ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿੱਚ। ਅਨੇਕਾਂ ਬੁਲਾਰਿਆਂ ਨੇ ਆ ਕੇ ਜਸਵੰਤ ਸਿੰਘ ਖਾਲੜਾ ਦੇ ਯੋਗਦਾਨ, ਉਹਨਾਂ ਦੀ ਕੁਰਬਾਨੀ ਬਾਰੇ ਚਰਚਾ ਵੀ ਕੀਤੀ ਹੈ। ਉਸ ਮੌਕੇ 'ਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ, ਪ੍ਰਧਾਨ ਹਰਦੀਪ ਸਿੰਘ ਨਿੱਜਰ ਅਤੇ ਸਕੱਤਰ ਗੁਰਮੀਤ ਸਿੰਘ ਤੂਰ ਤੇ ਉਹਨਾਂ ਦੇ ਹੋਰ ਸਾਥੀ ਪ੍ਰਬੰਧਕਾਂ ਨੇ ਬਲਜਿੰਦਰ ਕੌਰ ਨਾਰੰਗ ਦਾ ਸਨਮਾਨ ਕੀਤਾ। ਔਰ ਇਸੇ ਦੌਰਾਨ ਜਿਹੜੀ ਵੱਡੀ ਗੱਲ ਇਹ ਹੋਈ ਕਿ ਬਲਜਿੰਦਰ ਉਹਨਾਂ ਨੇ ਜਿਹੜਾ ਬੂਟਾ ਲਾਇਆ ਉਸ ਦਾ ਅਸਰ ਦੂਰ ਤੱਕ ਫੈਲ ਗਿਆ। ਰਜਾਈਨਾ, ਬਰੈਂਪਟਨ ਜਿਹੜੇ BC ਤੋਂ ਬਾਹਰਲੇ ਸ਼ਹਿਰ ਨੇ ਉਹਨਾਂ ਦੇ ਮੈਂ ਨਾਂ ਲੈ ਰਿਹਾ, ਉੱਥੇ ਐਲਾਨਨਾਮੇ ਹੋਏ। ਬਾਅਦ 'ਚ ਅਸੀਂ ਵੇਖਦੇ ਹਾਂ ਵਿਕਟੋਰੀਆ 'ਚ ਵੀ ਹੋਇਆ, ਨਿਊ ਵੈਸਟ 'ਚ ਅਗਲੇ ਹਫ਼ਤੇ ਹੀ ਹੋ ਗਿਆ ਸੀਗਾ ਔਰ ਫਿਰ ਅਖੀਰ 'ਚ ਸਰੀ 'ਚ ਵੀ ਹੋ ਗਿਆ। ਸਰੀ ਤੋਂ ਸਾਨੂੰ ਕੁਝ ਆਸਾਂ ਨਹੀਂ ਸੀਗੀਆਂ ਬਹੁਤੀਆਂ, ਪਰ ਸਰੀ ਵਾਲਿਆਂ ਨੇ ਵੀ ਕਰ ਦਿੱਤਾ। ਉਸ ਦੇ ਲਈ ਮੈਂ ਸਮਝਦਾ ਕਿ ਮਨਦੀਪ ਨਾਗਰਾ ਨੂੰ ਵਧਾਈ ਦੇਣੀ ਬਣਦੀ ਆ ਕਿਉਂਕਿ ਉਹਨਾਂ ਨੇ ਨਿੱਠ ਕੇ ਇਹ ਕੰਮ ਕਰਵਾਇਆ। ਸੋ ਇੱਕ ਮਤਲਬ ਹਵਾ ਬਣ ਗਈ ਇਸ ਕਿਸਮ ਦੀ। ਜਸਵੰਤ ਸਿੰਘ ਖਾਲੜਾ ਦਾ ਨਾਂ ਸਾਰੇ ਪਾਸੇ ਗੂੰਜਿਆ। ਅਮਰੀਕਾ ਤੋਂ ਵੀ ਇਹੋ ਜਿਹੇ ਸਮਾਚਾਰ ਆਏ ਕਿ ਉੱਥੋਂ ਦੀਆਂ ਮਿਊਨਿਸਪੈਲਿਟੀਆਂ ਨੇ ਵੀ ਕੁਝ ਨੇ ਇਹੋ ਜਿਹੇ ਐਲਾਨਨਾਮੇ ਜਾਰੀ ਕੀਤੇ ਨੇ।
ਸੋ ਮੈਂ ਸਮਝਦਾ ਕਿ 25ਵਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਵਿਸਾਰਿਆ ਨਹੀਂ ਗਿਆ। ਚੰਗੀ ਗੱਲ ਸੀ, ਡਿਆਸਪੋਰਾ ਨੇ ਉਹਨਾਂ ਨੂੰ ਯਾਦ ਕੀਤਾ, ਪਰ ਪੰਜਾਬ 'ਚ ਕਿੰਨਾ ਕੁ ਯਾਦ ਕੀਤਾ, ਇਹ ਸਵਾਲ ਤੇ ਬੁਝਾਰਤ ਬਣਿਆ ਹੋਇਆ। ਸੱਚੀ ਗੱਲ ਹੈ ਜੀ। ਇਸ ਗੱਲ ਦਾ ਦੁੱਖ ਵੀ ਹੈ ਕਿ ਪੰਜਾਬ ਦੇ ਵਿੱਚ ਖਾਲੜਾ ਦਿਵਸ ਜਿਹੜਾ ਹੈ ਉਹ ਮਨਾਇਆ ਜਾਏ, ਪਰ ਉਹ ਸਿਰਫ ਅਗਾਂਹ ਵਧੂ ਕੁਝ ਇੱਕ ਜਥੇਬੰਦੀਆਂ ਜਿਹੜੀਆਂ ਕਿ ਜਿਨ੍ਹਾਂ 'ਚ ਬੀਬੀ ਪਰਮਜੀਤ ਕੌਰ ਖਾਲੜਾ, ਸ਼੍ਰੀ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ, ਉਹਨਾਂ ਨੂੰ ਲੈ ਕੇ ਜਾਂ ਕੁਛ ਇੱਕ ਹੋਰ ਨੇ ਉਪਰਾਲਾ ਕੀਤਾ, ਪਰ ਜਿਸ ਪੱਧਰ ਤੇ ਬਾਹਰਲੇ ਦੇਸ਼ਾਂ 'ਚ ਹੋਇਆ ਉਹ ਬੜੀ ਵੱਡੀ ਗੱਲ ਸੀ। ਬਿਲਕੁਲ। ਸੋ ਜੋ ਜਸਵੰਤ ਸਿੰਘ ਖਾਲੜਾ ਹੋਰਾਂ ਦੇ 25ਵੇਂ ਵਰ੍ਹੇ ਤੇ ਜਿਹੜੇ ਅਹਿਮ ਪੱਖ ਨੇ ਕਿ ਕੀ ਕਰਨਾ ਬਣਦਾ ਹੈ, ਥੋੜ੍ਹੀ ਜਿਹੀ ਉਹਦੇ ਬਾਰੇ ਵਿਚਾਰ ਕਰੀਏ। ਦੇਖੋ ਗੱਲ ਸੁਣੋ, ਇੱਕ ਤਾਂ ਗੱਲ ਪੱਕੀ ਗੁਰਿੰਦਰ ਸਿੰਘ ਜੀ ਕਿ ਜਿਹੜਾ ਐਲਾਨਨਾਮਾ ਤਾਂ ਹੋ ਗਿਆ ਜੀ, ਜਿਹੜੀ ਮਾਨਤਾ ਮਿਲਣੀ ਸੀ ਉਹ ਵੀ ਮਿਲ ਗਈ। ਸੋ ਉਹਨਾਂ 25,000 ਜਾਂ 2500 ਲਾਸ਼ਾਂ ਦੀ ਜਿਹੜੀ ਦਰਦਨਾਕ ਕਹਾਣੀ ਹੈ ਉਹ ਵੀ ਇਹੋ ਜਿਹੇ ਐਲਾਨਨਾਮੇ ਦੇ ਜ਼ਰੀਏ ਡਿਆਸਪੋਰਾ ਤੱਕ ਫੈਲੀ ਹੈ, ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਪੰਜਾਬ 'ਚ ਕਿੰਨਾ ਜ਼ੁਲਮ ਹੋਇਆ। ਪਰ ਅਗਲੀ ਗੱਲ ਇਹ ਹੈ ਜਿਹੜੀ ਸਭ ਤੋਂ ਜ਼ਰੂਰੀ, ਕਿ ਇਹ ਵੇਖਣਾ ਵੀ ਲਾਜ਼ਮੀ ਸਾਡੇ ਸਾਰਿਆਂ ਲਈ ਕਿ ਕੀ ਉਸ ਇਤਿਹਾਸ ਤੋਂ ਅਸੀਂ ਕੁਝ ਸਿੱਖਿਆ, ਕੀ ਉਸ ਇਤਿਹਾਸ ਦਾ ਦੁਹਰਾਓ ਤਾਂ ਨਹੀਂ ਹੋ ਰਿਹਾ, ਜਾਂ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ ਅੱਜ ਕਿਵੇਂ ਪ੍ਰਸੰਗਿਕ ਹੈ। ਇਹ ਕੁਝ ਸਵਾਲ ਨੇ ਜਿਹੜੇ ਲੋਕਾਂ ਨੂੰ, ਜਿਨ੍ਹਾਂ ਸਵਾਲਾਂ ਨੂੰ ਬੇਚੈਨ ਕਰਨਾ ਚਾਹੀਦਾ, ਕਿਉਂਕਿ ਜ਼ੁਲਮ ਉਸੇ ਤਰ੍ਹਾਂ ਜਾਰੀ ਹੈ। ਕਾਫੀ ਚੀਜ਼ਾਂ ਦਾ ਫਰਕ ਵੀ ਪਿਆ। ਮੈਂ ਸਮਝਦਾ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੀ ਬਦੌਲਤ ਅਸੀਂ ਵੇਖਦੇ ਹਾਂ, ਜਦੋਂ ਜਸਵੰਤ ਸਿੰਘ ਖਾਲੜਾ ਉਧਾਰ ਲਏ ਗਏ 6 ਸਤੰਬਰ ਨੂੰ, ਉਸ ਤੋਂ ਬਾਅਦ ਉਹਨੂੰ ਖਪਾ ਦਿੱਤਾ ਗਿਆ, ਉਹ ਕਹਿ ਸਕਦੇ ਹਾਂ ਕਿ ਉਸ ਵੇਲੇ ਖਾੜਕੂ ਦੌਰ ਦੇ ਵਿੱਚ ਅਖੀਰਲਾ ਕੋਈ ਇਹੋ ਜਿਹਾ ਇੱਕ ਵੱਡਾ ਮੁਕਾਬਲਾ ਸੀ ਜਾਂ ਇਸ ਕਿਸਮ ਦੀ ਕੋਈ ਜ਼ਿਆਦਤੀ ਪੁਲਿਸ ਵੱਲੋਂ ਹੋਈ ਹੈ, ਕਿਉਂਕਿ ਉਸ ਦੌਰ ਤੱਕ ਪੰਜਾਬ ਪੁਲਿਸ ਦਾ ਜਿਹੜਾ ਦਮਨ ਚੱਕਰ ਜਿਹੜਾ ਕਾਫੀ ਮੱਠਾ ਪੈ ਚੁੱਕਾ ਸੀ, ਉਸ ਨੂੰ ਠੱਲ ਪੈ ਚੁੱਕੀ ਸੀ, ਕਿਉਂਕਿ ਲੜਾਈ ਜਿਹੜੀ ਵਿੱਢੀ ਗਈ ਖਾਲੜਾ ਸਾਹਿਬ ਵੱਲੋਂ, ਉਹਨਾਂ ਦੇ ਸਾਥੀਆਂ ਵੱਲੋਂ, ਉਸ ਦਾ ਅਸਰ ਇੰਨਾ ਪਿਆ ਕਿ ਅਦਾਲਤਾਂ ਸਰਗਰਮ ਹੋਈਆਂ, ਅਖੀਰ ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹ ਪਿੱਛੇ ਹੋ ਗਏ। ਉਸ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੋਇਆ ਕਿ ਪੰਜਾਬ ਪੁਲਿਸ ਦੇ ਜਿਹੜੇ ਇਸ ਕਿਸਮ ਦੇ ਅਫਸਰ ਨੇ ਜਿਨ੍ਹਾਂ ਨੇ ਜ਼ਬਰ ਕੀਤਾ, ਜ਼ੁਲਮ ਕੀਤਾ, ਉਹਨਾਂ ਦੀ ਫੜੋ ਫੜੀ ਦਾ ਇੱਕ ਸਮਾਂ ਦੌਰ ਸ਼ੁਰੂ ਹੋ ਗਿਆ ਜੀ, ਜਿਸ ਦੇ ਚਲਦਿਆਂ ਵੇਖਦੇ ਹਾਂ ਜੀ ਸੰਧੂ ਨੇ ਖੁਦਕੁਸ਼ੀ ਕੀਤੀ, ਕੁਝ ਹੋਰ ਪੁਲਿਸ ਵਾਲਿਆਂ ਨੇ ਖੁਦਕੁਸ਼ੀਆਂ ਕੀਤੀਆਂ, ਕੁਝ ਪੁਲਿਸ ਵਾਲੇ ਫੜੇ ਗਏ, ਕੁਝ ਅੰਦਰ ਚਲੇ ਗਏ। ਪਰ ਸਿਤਮ ਦੀ ਗੱਲ ਇਹ ਸੀ ਕਿ ਜਿਹੜੇ ਵੱਡੇ ਪੁਲਿਸ ਅਫਸਰ ਸੀਗੇ, ਜਿਨ੍ਹਾਂ ਦੇ ਇਸ਼ਾਰੇ 'ਤੇ ਸਾਰਾ ਕੁਝ ਹੋਇਆ, KPS ਗਿੱਲ ਵਰਗੇ, ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ, ਉਹ ਸੰਸਾਰ ਤੋਂ ਕੂਚ ਵੀ ਕਰ ਗਏ, ਪਰ ਉਹਨਾਂ ਦੇ ਖਿਲਾਫ ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਈ। ਸੋ ਲੜਾਈ ਅੱਜ ਵੀ ਅਧੂਰੀ ਹੈ। ਅਸੀਂ ਵੇਖ ਰਹੇ ਹਾਂ ਉਸ ਕੜੀ ਦਾ ਹਿੱਸਾ ਹੀ ਹੈ ਜੋ ਸੁਮੇਧ ਸਿੰਘ ਸੈਣੀ ਨੂੰ ਇਸ ਟਾਈਮ ਫੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਲੜਾਈ ਅਜੇ ਮੁੱਕੀ ਨਹੀਂ ਹੋ ਰਹੀ, ਪਰ ਅੱਜ ਵੀ ਜਿਹੜਾ ਜ਼ੁਲਮ ਚੱਲ ਰਿਹਾ, ਜਿਵੇਂ ਅਸੀਂ ਵੇਖਦੇ ਹਾਂ ਕਿ ਜਿਹੜੇ ਗੜਬੜੀ ਵਾਲੇ ਇਲਾਕੇ ਕਹੇ ਜਾਂਦੇ ਨੇ, ਕਸ਼ਮੀਰ ਹੋਇਆ, ਛੱਤੀਸਗੜ੍ਹ ਹੋਇਆ, ਭਾਰਤ ਦੇ ਹੋਰ ਅਨੇਕਾਂ ਹਿੱਸੇ, ਉੱਥੇ ਲਗਾਤਾਰ ਪੁਲਿਸ ਦੀਆਂ ਜ਼ਿਆਦਤੀਆਂ ਜਾਰੀ ਨੇ, ਪੁਲਿਸ ਦਾ ਕਹਿਰ ਉਸ ਤਰ੍ਹਾਂ ਵਰਤਾਇਆ ਜਾ ਰਿਹਾ। ਆ ਪਿੱਛੇ ਜੇ ਅਸੀਂ ਵੇਖਦੇ ਹਾਂ ਕਿ ਜਦੋਂ ਟੂਟੀ ਕੋਰਨ ਇਲਾਕੇ ਵਿੱਚ ਪਿਓ ਪੁੱਤ ਨੂੰ ਮਾਰ ਦਿੱਤਾ ਗਿਆ ਪੁਲਿਸ ਵੱਲੋਂ, ਕਿੰਨਾ ਬਾਵੇਲਾ ਹੋਇਆ ਉਸ ਗੱਲ ਨੂੰ ਲੈ ਕੇ। ਪਰ ਇਹ ਜ਼ੁਲਮੋ ਸਿਤਮ ਲਗਾਤਾਰ ਜਾਰੀ ਹੈ। ਜਿਹੜੇ ਕਾਨੂੰਨ ਬ੍ਰਿਟਿਸ਼ ਗਵਰਨਮੈਂਟ ਇਸਤੇਮਾਲ ਕਰ ਰਹੀ ਸੀ ਸਿਆਸੀ ਵਿਰੋਧੀਆਂ ਦੇ ਖਿਲਾਫ, ਉਹ ਉਸੇ ਤਰ੍ਹਾਂ ਬਰਕਰਾਰ ਨੇ। ਉਸ ਤੋਂ ਇਲਾਵਾ ਨਵੇਂ ਤੋਂ ਨਵੇਂ ਕਾਨੂੰਨ ਜਿਹੜੇ ਵਰਤੇ ਜਾ ਰਹੇ ਨੇ, UAPA ਵਰਗਾ ਇੱਕ ਮਤਲਬ ਇਹੋ ਜਿਹਾ ਇੱਕ ਲੈ ਕੇ ਆਇਆ ਗਿਆ ਐਕਟ, ਜਿਹੜਾ ਕਿ ਬਹੁਤ ਹੀ ਜਿਹੜਾ ਕਿ ਜ਼ਾਲਮਾਨਾ ਐਕਟ ਹੈ, ਜਿਸ ਦੇ ਚਲਦਿਆਂ ਲਵਪ੍ਰੀਤ ਸਿੰਘ ਵਰਗੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ, ਜੱਗੀ ਜੌਲ ਵਰਗੇ ਮੁੰਡੇ ਨੂੰ ਜੇਲ੍ਹ 'ਚ ਸਾੜਿਆ ਜਾ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਲੜਾਈ ਮੁੱਕੀ ਨਹੀਂ ਹੈ ਅਜੇ। ਔਰ ਇਹ ਵੇਖੋ ਕਿ ਜਿਸ ਗੁਰੂ ਘਰ ਵਿੱਚ ਬਲਜਿੰਦਰ ਕੌਰ ਨਾਰੰਗ ਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਜਸਵੰਤ ਸਿੰਘ ਖਾਲੜਾ ਦਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਉਸ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦੀ ਹੁਣ ਜਾਇਦਾਦ ਨੂੰ ਜ਼ਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਹਿਲਾਂ ਸਿਕਸ ਫॉर ਜਸਟਿਸ ਦੀ ਜਿਹੜੀ ਜਥੇਬੰਦੀ ਨਾਲ ਜੁੜੇ ਹੋਏ ਨੇ, ਉਸ 'ਤੇ ਪਾਬੰਦੀ ਲਾਈ ਗਈ, ਫਿਰ ਸੈਡੀਸ਼ਨ ਦੇ ਮਾਮਲੇ ਦਰਜ ਕੀਤੇ ਗਏ, ਫਿਰ ਡੀਪੋਰਟ ਕਰਾਉਣ ਦੀਆਂ ਕੋਸ਼ਿਸ਼ਾਂ ਵਿੱਢੀਆਂ ਗਈਆਂ, ਫਿਰ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ, ਦਹਿਸ਼ਤਗਰਦ ਐਲਾਨ ਦਿੱਤਾ ਗਿਆ, ਤੇ ਹੁਣ ਨਵੀਂ ਖਬਰ ਇਹ ਆ ਰਹੀ ਹੈ ਕਿ ਉਹਨਾਂ ਦੀ ਜਾਇਦਾਦ ਨੂੰ ਵੀ ਜ਼ਬਤ ਕਰਨ ਦੀਆਂ ਕੋਸ਼ਿਸ਼ਾਂ ਸਰਕਾਰ ਕਰ ਰਹੀ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਲੜਾਈ ਮੁੱਕੀ ਨਹੀਂ, ਖਾਲੜਾ ਸਾਹਿਬ ਦਾ ਮਿਸ਼ਨ ਅਜੇ ਵੀ ਅਧੂਰਾ, ਉਸ ਨੂੰ ਅੱਗੇ ਵਧਾਉਣ ਦੀ ਲੋੜ ਆ। ਜਿੱਥੇ ਭਾਈ ਹਰਦੀਪ ਸਿੰਘ ਨਿੱਜਰ, ਉਸ ਨੌਜਵਾਨ ਦੀ ਜਿਸ ਦੀ ਤੁਸੀਂ ਗੱਲ ਕੀਤੀ ਹੈ, ਜਿਸ ਦੀ ਸੇਵਾ ਜਾਂ ਸਮਰਪਣ ਜਦੋਂ ਅਸੀਂ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹੋ ਜਿਹਾ ਵਿਅਕਤੀ ਜਿਹੜਾ ਹੈ, ਜਿਸ ਦੇ ਅੰਦਰ ਮਨੁੱਖੀ ਸੋਚ ਦਾ ਦਰਦ ਹੈ, ਉਸ ਦੇ ਉੱਪਰ ਤਾਂ ਇਸ ਕਿਸਮ ਦੀ ਜਿਹੜੀ ਸਰਕਾਰੀ ਤਸ਼ੱਦਦ ਦੀ ਜ਼ਾਲਮਾਨਾ ਨੀਤੀ, ਜਾਂ ਇਸ ਤੋਂ ਪਹਿਲਾਂ ਸੈਂਕੜੇ ਹਜ਼ਾਰਾਂ ਹੋਰ ਜਿਨ੍ਹਾਂ ਦੀ ਜਸਵੰਤ ਸਿੰਘ ਖਾਲੜਾ ਨੇ ਗੱਲ ਕੀਤੀ, ਉਹਨਾਂ ਦੇ ਉੱਪਰ ਅੱਤ ਦਾ ਅਤਿਆਚਾਰ ਜਿਹੜਾ ਕੀਤਾ ਗਿਆ, ਬੇਹੱਦ। ਪਰ ਦੂਸਰੇ ਪਾਸੇ ਅੱਜ ਸੁਮੇਧ ਸੈਣੀ ਦੀ ਹੁਣੇ ਗੱਲ ਕੀਤੀ ਹੈ, ਜਿਸ ਸੁਮੇਧ ਸੈਣੀ ਦੇ ਕਾਰਨਾਮੇ ਜਿਹੜੇ ਨੇ ਅੱਜ ਸਾਹਮਣੇ ਨੇ, ਉਸ ਦੀ ਕਰਤੂਤ ਇਹ ਸੀ ਕਿ ਮੁਲਤਾਨੀ ਵਰਗੇ ਨੌਜਵਾਨ ਨੂੰ ਜਿਸ ਤਰੀਕੇ ਨਾਲ ਅਣਮਨੁੱਖੀ ਤਸ਼ੱਦਦ ਕੀਤਾ, ਉਸ ਦੇ ਗੁਪਤ ਅੰਗ ਦੇ ਵਿੱਚ ਡੰਡਾ ਧੱਕ ਕੇ ਉਸ ਦੀ ਜਾਨ ਲਈ ਗਈ। ਇੱਕ ਨਹੀਂ, ਇਹੋ ਜਿਹੇ ਅਨੇਕਾਂ ਉਸ ਦੇ ਕੁਕਰਮ ਸਨ ਜਿਨ੍ਹਾਂ ਦੀਆਂ ਜਾਨਾਂ ਲਈਆਂ। ਉਹ ਅੱਜ ਪੁਲਿਸ ਨੂੰ ਖੁਦ ਨਹੀਂ ਲੱਭ ਰਿਹਾ, ਸਰਕਾਰ ਨੂੰ ਖੁਦ ਨਹੀਂ ਲੱਭ ਰਿਹਾ, ਉਸ ਦੀ ਪੁਸ਼ਤ ਪਨਾਹੀ ਹੋ ਰਹੀ ਹੈ, ਅਤੇ ਉਸ ਦੀ ਕੋਈ ਜ਼ਮੀਨ ਜਾਇਦਾਦ ਜ਼ਬਤ ਨਹੀਂ, ਉਸ 'ਤੇ ਕੋਈ ਕੁੰਡਾ ਨਹੀਂ।
ਇਹਦਾ ਮਤਲਬ ਇਹ ਹੈ ਕਿ ਸੱਤਾ ਜਿਹੜੀ ਹੈ ਇਹਨਾਂ ਲੋਕਾਂ ਦੇ ਹੱਕ 'ਚ ਭੁਗਤ ਰਹੀ ਹੈ। ਦੋ ਗੱਲਾਂ ਨੇ ਵਿਚਾਰਨ ਵਾਲੀਆਂ। ਇੱਕ ਤਾਂ ਪਹਿਲੀ ਗੱਲ, ਜਿਹੜਾ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਜਿਸ ਤਰ੍ਹਾਂ ਦਾ ਕੋਹਾੜਾ ਚਲਾਇਆ ਜਾ ਰਿਹਾ, ਕੀ ਇਸ ਤਰ੍ਹਾਂ ਦਾ ਕੋਹਾੜਾ ਹਿੰਦੂਤਵੀ ਦਹਿਸ਼ਤਗਰਦਾਂ ਦੇ ਖਿਲਾਫ ਵੀ ਚਲਾਇਆ ਜਾ ਰਿਹਾ, ਇਹ ਨਹੀਂ ਚਲਾਇਆ ਜਾ ਰਿਹਾ, ਇਸ ਦਾ ਨਿਰਣਾ ਸਾਡੇ ਦਰਸ਼ਕ ਆਪ ਕਰ ਲੈਣ ਜੀ। ਪਿਛਲੇ ਸਾਲ ਚੋਣਾਂ ਵੇਲੇ ਨਰਿੰਦਰ ਮੋਦੀ ਬੜੀ ਬੇਸ਼ਰਮੀ ਦੇ ਨਾਲ ਸਦਵੀ ਪ੍ਰਗਿਆ ਨੂੰ ਖੁਦ ਚੋਣ ਮੈਦਾਨ 'ਚ ਲੈ ਕੇ ਆਇਆ। ਉਹ ਔਰਤ ਜਿਹੜੀ ਦਹਿਸ਼ਤਗਰਦੀ ਦੇ ਦੋਸ਼ਾਂ ਵਿੱਚ ਜੇਲ੍ਹ 'ਚ ਬੰਦ ਸੀ, ਬਹਾਨਾ ਇਹ ਬਣਾਇਆ ਗਿਆ ਉਸਦੀ ਸਿਹਤ ਢਿੱਲੀ ਹੈ, ਫਿਰ ਚੋਣ ਲੜਵਾਈ ਗਈ, ਫਿਰ MP ਬਣਵਾਇਆ ਗਿਆ ਔਰ ਸਿੱਧੇ ਤੌਰ 'ਤੇ ਨਰਿੰਦਰ ਮੋਦੀ ਨੇ TV ਇੰਟਰਵਿਊ ਦੇ ਵਿੱਚ ਇਸ ਗੱਲ ਨੂੰ ਹਿੱਕ ਥਾਪੜ ਕੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਆਏ ਹਾਂ, ਸਾਡੇ ਲਈ ਇੱਕ ਆਈਕਨ ਹੈ, ਇੱਕ ਬਿੰਬ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਖੁਦ ਉਸ ਦੇਸ਼ ਦਾ ਦਹਿਸ਼ਤਗਰਦੀ ਨੂੰ ਪੱਠੇ ਪਾ ਰਿਹਾ ਜੀ, ਦੂਜੇ ਪਾਸੇ ਦਹਿਸ਼ਤਗਰਦੀ ਦਾ ਬਹਾਨਾ ਬਣਾ ਕੇ ਵਿਦੇਸ਼ਾਂ 'ਚ ਬੈਠੇ ਲੋਕਾਂ ਦੀਆਂ ਜਾਇਦਾਦਾਂ ਕੁਰਕੀ ਕਰਨ ਦੀਆਂ ਗੱਲਾਂ ਹੋ ਰਹੀਆਂ, ਉਹਨਾਂ ਨੂੰ ਡੀਪੋਰਟ ਕਰਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਅਜੇ ਤੱਕ ਇਹ ਸਿੱਧ ਨਹੀਂ ਹੋਇਆ ਕਿ ਕੀ ਹਰਦੀਪ ਸਿੰਘ ਨਿੱਜਰ ਨੇ ਵਾਕਈ ਕੋਈ ਇਹੋ ਜਿਹੀ ਕਾਰਵਾਈ ਕੀਤੀ ਹੈ ਜੀ। ਪਹਿਲਾਂ ਅਦਾਲਤ ਸਿੱਧ ਤਾਂ ਕਰੇ, ਟਰਾਇਲ ਚਲਾਵੇ, ਇੱਥੇ ਟਰਾਇਲ ਚਲਾ ਲਵੇ, ਪਰ ਕਹਿਣ ਦਾ ਮਤਲਬ ਕਿ ਪਹਿਲਾਂ ਹੀ ਤੈਅ ਕਰ ਲਿਆ ਕਿ ਉਹ ਦਹਿਸ਼ਤਗਰਦ ਆ, ਬਿਨਾਂ ਕਿਸੇ ਅਪੀਲ ਦਲੀਲ ਦੇ ਆਪਣੇ ਤੌਰ 'ਤੇ ਤੈਅ ਕਰ ਲਿਆ ਉਹ ਦਹਿਸ਼ਤਗਰਦ। ਇਸ ਤੋਂ ਵੱਡਾ ਘੋਰ ਅਨਿਆਂ ਹੋਰ ਕੀ ਹੋ ਸਕਦਾ ਜੀ। ਦਹਿਸ਼ਤਗਰਦੀ ਕਿਸ ਨੂੰ ਕਿਹਾ ਜਾਂਦਾ? ਮੈਂ ਸਿੱਧੇ ਤੌਰ 'ਤੇ ਕਹਿੰਦਾ ਕਿ ਜੋ ਅਯੋਧਿਆ ਵਿੱਚ ਹੋਇਆ 6 ਦਸੰਬਰ 1992 ਨੂੰ, ਉਹ ਦਹਿਸ਼ਤਗਰਦੀ ਸੀ। ਇੱਕ ਮੁਕੱਦਸ ਸਥਾਨ ਨੂੰ ਬਿਲਕੁਲ ਬੁਰਸ਼ਾਗਰਦੀ ਕਰਕੇ ਢਹਿ ਢੇਰੀ ਕਰ ਦਿੱਤਾ ਗਿਆ, ਇੱਕ ਭਾਈਚਾਰੇ ਨੂੰ ਡਰਾਉਣ ਦੀ ਖਾਤਰ, ਖੌਫਜ਼ਦਾ ਕਰਨ ਦੀ ਖਾਤਰ। ਅੱਜ ਉਸ ਭਾਈਚਾਰੇ ਨੂੰ ਰੋਜ਼ਾਨਾ ਜ਼ਲੀਲ ਕੀਤਾ ਜਾ ਰਿਹਾ ਉੱਥੇ ਗਊ ਰੱਖਿਆ ਦੇ ਨਾਂ 'ਤੇ, ਉਹ ਦਹਿਸ਼ਤਗਰਦੀ ਹੈ। ਅਫਸੋਸ ਦੀ ਗੱਲ ਕਿ ਭਾਰਤ ਵਿੱਚ ਜਿੱਦਾਂ ਉੱਥੋਂ ਦਾ ਮੀਡੀਆ, ਉੱਥੋਂ ਦੀ ਸੁਪਰੀਮ ਕੋਰਟ, ਵਿਰੋਧੀ ਧਿਰਾਂ ਨੇ ਸਭ ਨੇ ਅਯੋਧਿਆ ਦੇ ਹੱਕ 'ਚ ਜਿਹੜੇ ਬਿਆਨ ਦਿੱਤੇ ਨੇ ਪਿਛਲੇ ਦਿਨੀ, ਉਹਨਾਂ ਨੇ ਉਸ ਦਹਿਸ਼ਤਗਰਦੀ 'ਤੇ ਮੋਹਰ ਲਾ ਦਿੱਤੀ ਹੈ। ਬਿਲਕੁਲ, ਇਸ ਤੋਂ ਵੱਡੀ ਹੋਰ ਸ਼ਰਮ ਦੀ ਗੱਲ ਕਿਹੜੀ ਹੋਏਗੀ? ਹੁਣ ਅਸੀਂ ਗੱਲ ਕਰੀਏ ਸੁਮੇਧ ਸਿੰਘ ਸੈਣੀ ਦੀ। ਕਿਸੇ ਵੇਲੇ ਗੁਰਿੰਦਰ ਸਿੰਘ ਜੀ ਅਸੀਂ ਵੇਖਦੇ ਸੀ ਸੁਮੇਧ ਸਿੰਘ ਸੈਣੀ ਜਿਵੇਂ ਬੜੀ ਛਾਤੀ ਕੱਢ ਕੇ ਤੁਰਿਆ ਫਿਰਦਾ ਸੀਗਾ ਚੰਡੀਗੜ੍ਹ 'ਚ, ਅਤੇ ਬੜਾ ਧਾਮ ਝਾਮ ਸੀਗਾ, ਅਤੇ ਕਈ ਜ਼ਿਲ੍ਹਿਆਂ 'ਚ ਪਹਿਲਾਂ ਵੀ SSP ਰਿਹਾ ਚੰਡੀਗੜ੍ਹ ਤੋਂ ਪਹਿਲਾਂ। ਕਦੇ ਸੋਚਿਆ ਸੀ ਅਸੀਂ ਕਿ ਵੀ ਇਹੋ ਜਿਹੇ ਦਿਨ ਵੀ ਆਉਣਗੇ ਕਿ ਸੈਣੀ ਭੱਜਿਆ ਫਿਰੂਗਾ। ਸੋ ਅੱਜ ਉਸ ਨੂੰ ਆਪਣੀ ਕਰਨੀ ਦਾ ਫਲ ਭੋਗਣਾ ਪੈ ਰਿਹਾ, ਪਰ ਲੜਾਈ ਅਜੇ ਮੁੱਕੀ ਨਹੀਂ। ਜੋ ਅਸੀਂ ਸੁਣ ਰਹੇ ਹਾਂ ਕਿ ਉਹ ਲੱਭ ਨਹੀਂ ਰਿਹਾ, ਉਹਦਾ ਪਤਾ ਨਹੀਂ ਹੈ, ਇਹ ਸਿਵਾਏ ਸਟੇਟ ਦੀ ਬਕਵਾਸਬਾਜ਼ੀ ਦਾ ਕੁੱਖ ਨਹੀਂ ਗਾ। ਸਟੇਟ ਸ਼ਰੇਆਮ ਉਸ ਨੂੰ ਪ੍ਰੋਟੈਕਟ ਕਰ ਰਿਹਾ, ਇਹ ਉਸ ਦੇ ਲੱਛਣ ਨੇ। ਬਾਕੀਆਂ ਬਾਰੇ ਤੁਹਾਨੂੰ ਪਤਾ ਕਿ ਹਰਦੀਪ ਸਿੰਘ ਨਿੱਜਰ ਦਹਿਸ਼ਤਗਰਦ ਐਲਾਨ ਦਿੱਤਾ, ਉਹਦੀ ਜਾਇਦਾਦ ਵੀ ਤੁਸੀਂ ਕੁਰਕਰਨ ਨੂੰ ਫਿਰਦੇ ਹੋ, ਅਤੇ ਸੁਮੇਧ ਸਿੰਘ ਸੈਣੀ ਤੁਹਾਨੂੰ ਲੱਭ ਨਹੀਂ ਰਿਹਾ। ਇਹ ਇਸ ਗੱਲ 'ਤੇ ਕੌਣ ਯਕੀਨ ਕਰੂਗਾ? ਕੋਈ ਨਿੱਕਾ ਜਿਹਾ ਨਿਆਣਾ ਤਾਂ ਯਕੀਨ ਕਰ ਲਵੇ ਇਹੋ ਜਿਹੀ ਕਹਾਣੀ 'ਤੇ, ਸਾਡੇ ਲਈ ਯਕੀਨ ਕਰਨਾ ਔਖਾ ਆ। ਹਾਊ ਇਜ਼ ਇਟ ਪੋਸੀਬਲ ਕਿ ਸਟੇਟ ਨੂੰ ਪਤਾ ਹੀ ਨਹੀਂ ਕਿ ਸੁਮੇਧ ਸਿੰਘ ਸੈਣੀ ਕਿੱਥੇ ਗਿਆ? ਸੋ ਇਹ ਤਾਂ ਸੰਭਵ ਹੀ ਹੈ ਨਹੀਂ ਗੱਲ ਆ ਵਾਲੀ। ਕਿਧਰੇ ਨਾ ਕਿਧਰੇ ਸੰਕੇਤ ਇਹੀ ਮਿਲ ਰਿਹਾ ਕਿ ਉਸਨੂੰ ਸਟੇਟ ਵੱਲੋਂ ਪ੍ਰੋਟੈਕਟ ਕੀਤਾ ਜਾ ਰਿਹਾ। ਸੋ ਇਹ ਉਸਦੇ ਲੱਛਣ ਨੇ। ਸੋ ਜਿੱਥੋਂ ਤੱਕ ਉਹਦੇ ਪਰਿਵਾਰ ਦਾ ਵੀ ਬਿਆਨ ਪਹਿਲਾਂ ਆਇਆ ਸੀ ਕਿ ਸਾਡੀ ਜਿਹੜੀ ਸੁਰੱਖਿਆ ਉਹ ਹੈ ਨਹੀਂ, ਮੁੜ ਕੇ ਪੰਜਾਬ ਦੇ DGP ਜਿਹੜਾ ਮੌਜੂਦਾ ਉਸਨੇ ਕਿਹਾ ਸੁਰੱਖਿਆ ਬਕਾਇਦਾ ਉਹਨਾਂ ਨੂੰ ਦਿੱਤੀ ਗਈ ਹੈ। ਇੱਕ ਸੁਮੇਧ ਸੈਣੀ ਨੂੰ ਸੁਰੱਖਿਆ ਦਿੱਤੀ ਗਈ ਸੀ, ਉਹ ਜਿਹੜੀ ਖੁਦ ਦੀ ਸੁਰੱਖਿਆ ਮੈਨੂੰ ਲੱਗਦਾ ਉਹ ਇਸ ਕਰਕੇ ਦਿੱਤੀ ਗਈ ਹੈ ਕਿ ਇਹਨੂੰ ਕੋਈ ਫੜ ਨਾ ਸਕੇ, ਇਹਨੂੰ ਨਿਸ਼ਾਨੇ 'ਤੇ ਨਾ ਰੱਖਿਆ ਜਾਏ। ਉਹ ਵਿੱਚ CBI ਦੇ ਲਈ ਦਰਖਾਸਤਾਂ ਵੀ ਪਾਈ ਜਾਂਦਾ ਹੈ, ਵੱਖਰੀ ਗੱਲ ਹੈ ਕਿ ਰੱਦ ਹੋਈ ਹੈ, ਅਜੇ ਵੀ ਉਹ ਇਸ 'ਤੇ ਲੱਗਿਆ ਹੋਇਆ। ਸੋ ਜਿਹੜੀ ਜਿਸ ਕਿਸਮ ਦੀ ਇਹ ਕਰਤੂਤ ਚੱਲ ਰਹੀ ਹੈ, ਇਸ ਦੇ ਪਿੱਛੇ ਬਹੁਤ ਵੱਡੀ ਕੋਈ ਤਾਕਤ ਹੈ। ਹੁਣ ਦੂਸਰੇ ਪਾਸੇ ਇਹ ਹੈ ਕਿ ਸੁਮੇਧ ਸੈਣੀ ਨੇ ਜਿੰਨਾ ਕੁਛ ਜ਼ੁਲਮ ਕੀਤਾ, ਜ਼ਬਰ ਕੀਤਾ, ਤਸ਼ੱਦਦ ਹੈ, ਹੁਣ ਖਾਲੜਾ ਸਾਹਿਬ ਦੇ ਜਦੋਂ ਸ਼ਹੀਦੀ ਪ੍ਰਸੰਗ ਨੂੰ ਅਸੀਂ ਨਾਲ ਰੱਖ ਕੇ ਪੈਰਲਲ ਦੇਖਦੇ ਹਾਂ, ਸੁਮੇਧ ਸੈਣੀ ਨੂੰ ਨਾਲ ਰੱਖ ਕੇ ਦੇਖਦੇ ਹਾਂ, ਅੱਜ ਪੂਰੇ ਦਾ ਪੂਰਾ ਜਿਹੜਾ ਇੱਕ ਖਾਸ ਕਿਸਮ ਦੀ ਸੋਚ ਦਾ ਤਬਕਾ ਉਹ ਸੁਮੇਧ ਸੈਣੀ ਦੇ ਹੱਕ ਦੇ ਵਿੱਚ ਅਜੇ ਵੀ ਭੁਗਤ ਰਿਹਾ ਕਿ ਉਹਨੇ ਇੰਨਾ ਜ਼ੁਲਮ ਕੀਤਾ, ਫਿਰ ਵੀ ਉਸ ਨੂੰ ਮੀਡੀਆ ਦਾ ਵੀ ਇੱਕ ਹਿੱਸਾ ਉਹਨੂੰ ਪ੍ਰੋਟੈਕਟ ਕਰਨ 'ਤੇ ਆ, ਪੋਲੀਟਿਕਸ ਦਾ, ਸਿਆਸਤ ਦਾ ਵੀ ਇੱਕ ਹਿੱਸਾ ਉਹਨੂੰ ਪ੍ਰੋਟੈਕਟ ਕਰਨ 'ਤੇ ਆ। ਇਹ ਇਸ ਕਿਸਮ ਦੀ ਜਿਹੜੀ ਕਾਇਰਤਾ ਜਿਹੜੀ ਆ ਗਈ ਹੈ ਸਾਡੇ ਅੰਦਰ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਸਿਰਫ ਕਾਇਰਤਾ ਨਹੀਂ ਗੁਰਵਿੰਦਰ ਸਿੰਘ ਜੀ, ਇੱਕ ਰਾਸ਼ਟਰਵਾਦ ਅਤੇ ਉਸ ਤੋਂ ਵੀ ਅੱਗੇ ਜਾ ਕੇ ਹਿੰਦੂਤਵੀ ਰਾਸ਼ਟਰਵਾਦ ਉਸਦੇ ਲੱਛਣ ਨੇ ਜੀ। ਕਿਧਰੇ ਨਾ ਕਿਧਰੇ ਫਿਰਕੂ ਸੋਚ ਵੀ ਭਰੂਗਾ ਇਸ ਪੂਰੇ ਮਾਮਲੇ 'ਚ, ਕੋਈ ਮੰਨੇ ਚਾਹੇ ਨਾ ਮੰਨੇ, ਕਿਉਂਕਿ ਇੱਕ ਮਿਨੋਰਟੀ ਨਾਲ ਜੁੜਿਆ ਹੋਇਆ ਸੰਘਰਸ਼ ਚੱਲ ਰਿਹਾ ਸੀਗਾ, ਉਸ ਨੂੰ ਕੁਚਲਣ ਦੀ ਖਾਤਰ ਸਟੇਟ ਨੂੰ ਖੁੱਲੀਆਂ ਪਾਵਰਾਂ ਦਿੱਤੀਆਂ ਗਈਆਂ, ਪੁਲਿਸ ਨੂੰ ਖੁੱਲ੍ਹ ਖੇਡ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ। ਇੱਕ ਗੱਲ ਇਹ ਵੀ ਹੈ ਕਿ ਜਿਸ ਸ਼ਖਸ ਦੀ ਪੂਰੀ ਜੇ ਉਹਦੀ ਪੜ੍ਹੀਏ ਵੀ ਇਸ ਨੂੰ ਗੱਲ ਨੂੰ ਅੱਗੇ ਜਾਰੀ ਰੱਖਦੇ ਹੋਏ, ਉਹ ਸਿੱਖ ਪਰਿਵਾਰ ਦੇ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੈਣੀ ਦਾ। ਸੁਮੇਧ ਸੈਣੀ ਬੇਸਿਕਲੀ ਇਸ ਗੱਲ ਦੇ, ਜਦੋਂ ਅਸੀਂ ਮਾਈਨੋਰਟੀਜ਼ ਦੇ ਤਸ਼ੱਦਦ ਦੀ ਗੱਲ ਕਰਦੇ ਹਾਂ ਜਾਂ ਇਹੋ ਜਿਹੀਆਂ ਤਾਕਤਾਂ ਦੀ ਗੱਲ ਕਰਦੇ, ਇਹ ਵੀ ਉਹਦਾ ਇੱਕ ਹਿੱਸਾ ਬਿਲਕੁਲ। ਔਰ ਕਾਂਗਰਸ ਤੇ BJP ਦੋਨੇ ਹੀ ਉਸ ਨੂੰ ਸਮੇਂ-ਸਮੇਂ 'ਤੇ ਉਸ ਦੀ ਪਿੱਠ ਥਾਪੜਦੇ ਰਹੇ ਨੇ ਜੀ। ਇਸ 'ਚ ਕੋਈ ਕਿਸ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਸਭ ਤੋਂ ਵੱਡੀ ਸਿੱਤਮ ਦੀ ਗੱਲ ਕਿ ਜਿਹੜੇ ਆਪਣੇ ਨੂੰ ਪੰਥਕ ਕਹਾਉਂਦੇ ਨੇ, ਅਕਾਲੀ ਦਲ, ਮੈਂ ਤੁਹਾਡੀ ਇੱਕ ਵਾਰੀ ਜ਼ਬਾਨੀ ਗੱਲ ਸੁਣੀ ਸੀ TV ਰੇਡੀਓ ਪ੍ਰੋਗਰਾਮ 'ਚ, ਉਹ ਮੈਨੂੰ ਬੜੀ ਪਸੰਦ ਆਈ ਸੀ ਕਿ ਉੱਦਾਂ ਜਦੋਂ ਵੈਸੇ ਤਾਂ ਜਦੋਂ ਲੋੜ ਪੈਂਦੀ ਵੋਟਾਂ ਦੀ, ਉਦੋਂ ਮਰਿਆਦਾ ਪੁਰਸ਼ੋਤਮ ਵੀ ਬਣ ਜਾਂਦੇ ਨੇ,
ਤੇ ਮਰਿਆਦਾ ਦੀ ਬੜੀ ਗੱਲਾਂ ਕਰਨਗੇ, ਜਦੋਂ ਨਹੀਂ ਲੋੜ ਉਦੋਂ ਫਿਰ ਰਾਸ਼ਟਰਵਾਦੀ ਬਣ ਜਾਂਦੇ ਨੇ। ਇਹਨਾਂ ਨੇ ਬੜੇ ਜਾਮੇ ਬਦਲੇ ਆਪਣੇ। ਪਰਮਜੀਤ ਕੌਰ ਖਾਲੜਾ ਨੂੰ ਸਿੱਧੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦਿੱਤਾ ਸੀ ਕਿ ਮੈਂ ਕੱਖ ਨਹੀਂ ਕਰਨਾ, ਸਿਵਿਆਂ ਦੀ ਮਿੱਟੀ ਨਾ ਰੋਲੋ, ਇਹੀ ਕਿਹਾ ਸੀ ਨਾ ਉਹਨਾਂ ਨੇ। ਉਸੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ ਜਦੋਂ ਮਾਮਲਾ ਸੁਪਰੀਮ ਕੋਰਟ ਕੋਲ ਗਿਆ ਸੀ CBI ਜਾਂਚ ਦਾ, ਸੁਮੇਧ ਸਿੰਘ ਸੈਣੀ ਦਾ, ਤੇ ਇਹਨਾਂ ਨੇ ਵੱਧ ਚੜ੍ਹ ਕੇ ਵਿੱਚ ਦਖਲ ਦੇ ਕੇ CBI ਦੇ ਜਿਹੜੀ ਜਾਂਚ ਦੇ ਜਿਹੜੇ ਆਦੇਸ਼ ਰੱਦ ਕਰਵਾਏ ਸੀ ਬਾਦਲ ਸਰਕਾਰ ਨੇ। ਆਪਣਿਆਂ ਨੂੰ ਪੰਥਕ ਵੀ ਕਹਾਉਂਦੇ ਨੇ। ਸੋ ਇਹ ਉਹ ਲੋਕ ਨੇ ਜਿਨ੍ਹਾਂ ਦੀ ਪਾਰਟੀ ਦੇ ਹਿਊਮਨ ਰਾਈਟਸ ਵਿੰਗ ਦੇ ਆਗੂ ਸੀ ਜਸਵੰਤ ਸਿੰਘ ਖਾਲੜਾ। ਇਹਨਾਂ ਨੇ ਉਸ ਪਰਿਵਾਰ ਨਾਲ ਵੀ ਧਰੋਹ ਕੀਤਾ, ਕੌਮ ਨਾਲ ਵੀ ਧਰੋਹ ਕੀਤਾ। ਔਰ ਫਿਰ ਮੈਨੂੰ ਇਸ ਕਰਕੇ ਹੈਰਾਨੀ ਨਹੀਂ ਹੁੰਦੀ ਕਿਉਂਕਿ ਸਟੇਟ ਦਾ ਕਰੈਕਟਰ ਤਾਂ ਇੱਕੋ ਜਿਹਾ ਰਿਹਾ। ਹਾਂਜੀ, ਇਸੇ ਬਾਦਲ ਦੇ ਰਾਜ ਵਿੱਚ ਨਕਸਲੀਆਂ ਦੇ ਮੁਕਾਬਲੇ ਬਣੇ। ਉਸੇ ਬਾਦਲ ਨੇ ਬਾਅਦ 'ਚ ਜਾ ਕੇ ਜਸਵੰਤ ਸਿੰਘ ਖਾਲੜਾ ਵਰਗੇ ਨੂੰ ਪਿੱਠ ਦਿੱਤੀ ਹੈ ਔਰ ਉਹਨਾਂ ਪੁਲਿਸ ਵਾਲਿਆਂ ਨੂੰ ਪੁਸ਼ਪਨਾਈ ਕੀਤੀ ਜਿਹੜੇ ਸਿੱਖਾਂ ਦੇ ਕਾਤਲ ਸੀਗੇ। ਸੋ ਇਹ ਤਾਂ ਕਿਸੇ ਨੂੰ ਹੁਣ ਝੋਰਾ ਨਹੀਂ ਰਹਿਣਾ ਚਾਹੀਦਾ, ਨਾ ਕੋਈ ਭੁਲੇਖਾ ਰਹਿਣਾ ਚਾਹੀਦਾ। ਸੋ ਇਹ ਜਿਹੜਾ ਸਟੇਟ ਦਾ ਕਰੈਕਟਰ ਸਮਝਣਾ ਸਾਡੇ ਲਈ ਜ਼ਰੂਰੀ ਹੈ। ਮੈਂ ਸਿਰਫ ਹਿੰਦੂਤਵਾ ਦੀ ਗੱਲ ਤਾਂ ਕਰਦਾ ਸੀਗਾ ਕਿਉਂਕਿ ਜਿਹੜਾ ਪੰਜਾਬ 'ਚ ਜਿਹੜਾ ਸੰਕਟ ਚੱਲ ਰਿਹਾ ਸੀ ਉਸ ਦੇ ਬਾਰੇ ਅੜੀਆਂ ਚੁੱਕ ਚੁੱਕ ਕੇ ਇਹੀ ਪ੍ਰਚਾਰ ਹੁੰਦਾ ਸੀਗਾ ਕਿ ਹਿੰਦੂ ਜਿਹੜੇ ਨੇ ਉੱਥੇ ਅਣਸੁਰੱਖਿਅਤ ਮਹਿਸੂਸ ਕਰ ਰਹੇ, ਹਿੰਦੂ ਘੱਟ ਗਿਣਤੀ 'ਚ ਨੇ। ਹਾਲਾਂਕਿ ਐਡੇ ਵੀ ਘੱਟ ਗਿਣਤੀ 'ਚ ਨਹੀਂ ਸੀ ਹਿੰਦੂ ਉੱਥੇ ਪੰਜਾਬ 'ਚ ਕਦੇ ਵੀ, ਜਿਸ ਤਰ੍ਹਾਂ ਗੱਲ ਨੂੰ ਵਧਾ ਕੇ ਦੱਸਿਆ ਜਾਂਦਾ। 60-40 ਦੀ ਰੇਸ਼ੀਓ ਕੋਈ ਐਡੀ ਮਾਇਨਾ ਨਹੀਂ ਰੱਖਦੀ। ਸੋ ਇਹ ਗੱਲਾਂ ਬਹੁਤ ਵਧਾ ਚੜ੍ਹਾ ਕੇ ਕੀਤੀਆਂ ਗਈਆਂ ਕਿ ਹਿੰਦੂ ਉੱਥੇ ਘੱਟ ਗਿਣਤੀ 'ਚ ਨੇ, ਹਿੰਦੂ ਸੁਰੱਖਿਅਤ ਨਹੀਂ ਗਏ, ਇਸ ਕਰਕੇ ਪੁਲਿਸ ਨੂੰ ਖੁਦ ਇਖਤਿਆਰ ਦਿਓ ਕਿ ਦਹਿਸ਼ਤਗਰਦੀ ਦਾ ਖੁਰਾ ਖੋਜ ਮਿਟਾ ਦੇਵੇ। ਔਰ ਹੋਇਆ ਵੀ ਇੱਦਾਂ ਹੀ ਹੈ। ਸਟੇਟ ਨੇ ਉਹਨਾਂ ਨੂੰ ਖੁੱਲ੍ਹ ਖੇਡ ਕਰਨ ਲਈ ਲਾਇਸੈਂਸ ਦੇ ਦਿੱਤਾ, ਪੁਲਿਸ ਭੁੱਤਰ ਗਈ। ਉਸ ਤੋਂ ਬਾਅਦ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ, ਫਿਰ ਮੜੀਆਂ ਦੀ ਸ਼ਾਂਤੀ ਕਾਇਮ ਕਰ ਦਿੱਤੀ ਗਈ, ਫਿਰ ਢੋਲ ਵਜਾਏ ਗਏ ਕਿ ਸ਼ਾਂਤੀ ਆ ਗਈ, ਅਮਨ ਆ ਗਿਆ। ਹੁਣ ਸਾਰੇ ਮੁਲਕ 'ਚ ਹਿੰਦੂਤਵਾ ਦੇ ਨਾਂ 'ਤੇ ਦਹਿਸ਼ਤਗਰਦੀ ਹੋ ਰਹੀ ਹੈ। ਅਮਨ ਸ਼ਾਂਤੀ ਦੇ ਢੋਲ ਵਜਾਉਣ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਕਿਉਂ ਨਹੀਂ ਤੁਸੀਂ ਕਹਿੰਦੇ ਕਿ ਪੁਲਿਸ ਨੂੰ ਖੁੱਲ੍ਹੀ ਛੁੱਟੀ ਦਿਓ? ਸਦਵੀ ਪ੍ਰਗਿਆ ਨੂੰ, ਜਿਹਨੂੰ ਬੜੇ ਲਾੜ ਨਾਲ ਨਰਿੰਦਰ ਮੋਦੀ ਲੈ ਕੇ ਆਏ ਚੋਣ ਦੰਗਲ ਵਿੱਚ, ਉਹਦਾ ਮੁਕਾਬਲਾ ਕਿਉਂ ਨਹੀਂ ਬਣਾਇਆ ਗਿਆ? ਅਸੀਮ ਆਨੰਦ ਜਿਹਨੇ ਕੋਰਟ 'ਚ ਮੰਨਿਆ ਕਿ ਅਸੀਂ ਸਮਝੌਤਾ ਬਲਾਸਟ ਕੀਤਾ, ਉਹਨੂੰ ਛੱਡਿਆ ਗਿਆ। ਇਸ ਤੋਂ ਵੱਡੀ ਬੇਸ਼ਰਮੀ ਦੀ ਗੱਲ ਹੋਰ ਕਿਹੜੀ ਹੋਊਗੀ? ਸੋ ਇਹ ਵੱਡਾ ਪੱਖਪਾਤ ਹੈ। ਸੁਮੇਧ ਸਿੰਘ ਸੈਣੀ ਦੇ ਨਾਲ ਉਹੀ ਜਿਹੜਾ ਫਿਰਕਾ, ਉਹੀ ਹਲਕਾ ਡਟ ਕੇ ਖਲੋਤਾ ਜਿਸ ਨੇ ਹਮੇਸ਼ਾ ਹੀ ਇਸ ਗੱਲ ਦੀ ਇੱਛਾ ਰੱਖੀ ਹੈ ਕਿ ਭਾਰਤ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ, ਬਹੁ ਗਿਣਤੀ ਲਈ ਹੋਰ, ਘੱਟ ਗਿਣਤੀ ਲਈ ਹੋਰ। ਇਹ ਉਹੀ ਪੁਲਿਸ ਹੈ, ਉਹੀ ਫੌਜ ਹੈ, ਉਹੀ ਤੰਤਰ ਹੈ ਸਾਰਾ ਜਿਹੜਾ ਕਸ਼ਮੀਰ ਦੇ ਵਿੱਚ ਲੋਕਾਂ ਦੇ ਮੁਕਾਬਲੇ ਬਣਾਉਂਦਾ, ਛੱਤੀਸਗੜ੍ਹ ਦੇ ਮੁਕਾਬਲੇ ਬਣਾਉਂਦਾ, ਪੰਜਾਬ ਦੇ ਮੁਕਾਬਲੇ ਬਣਾਉਂਦਾ ਰਿਹਾ। ਪਰ ਅੱਜ ਉਹੀ ਤੰਤਰ ਉਹਨਾਂ ਲੋਕਾਂ ਦੀ ਪੁਸ਼ਪਨਾਈ ਕਰ ਰਿਹਾ ਜਿਹੜੇ ਹਿੰਦੂਤਵਾ ਦੇ ਨਾਂ 'ਤੇ ਦਹਿਸ਼ਤਗਰਦੀ ਫੈਲਾ ਰਹੇ ਆ। ਸੋ ਇਸ ਸਟੇਟ ਦਾ ਕਰੈਕਟਰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇੱਕ ਬੜੀ ਰੌਚਕ ਗੱਲ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਸ ਵੇਲੇ ਜਿਹੜਾ ਪ੍ਰੋਟੈਕਟ ਸੁਮੇਧ ਸੈਣੀ ਨੂੰ ਕਰ ਰਿਹਾ, ਪਿਛਲੇ ਸਮੇਂ BJP ਅਕਾਲੀ ਦਲ ਦੀ ਸਰਕਾਰ, ਉਸ ਵੇਲੇ ਉਹ DJP ਸੀ। ਅਤੇ ਕੁਦਰਤੀ ਗੱਲ ਹੈ ਕਿ ਸੁਭਾਵਿਕ ਕਿ ਹੁਣ ਜਿਸ ਕਿਸਮ ਦਾ ਇਹ ਦਾਇਰਾ ਚੱਲ ਰਿਹਾ ਹੈ, ਕੇਂਦਰ ਦੇ ਵਿੱਚ BJP ਅਕਾਲੀ ਅਲਾਇੰਸ ਜਾਂ ਬਾਕੀ ਅਲਾਇੰਸ ਹੈ, ਅਤੇ ਪੰਜਾਬ ਦੇ ਵਿੱਚ ਉਹ ਵਿਰੋਧੀ ਧਿਰ 'ਚ ਨੇ। ਅਤੇ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਹੈ ਅਮਰਿੰਦਰ ਸਿੰਘ, ਇਹਦੇ ਨਾਲ ਵੀ ਕਿਸੇ ਸਮੇਂ ਸੁਮੇਧ ਸੈਣੀ ਦਾ ਜਿਹੜਾ ਸੰਬੰਧ ਰਿਹਾ। ਪਰ ਜਦੋਂ ਇਸ 'ਤੇ ਘੁਟਾਲੇ ਦਾ ਕੇਸ ਚੱਲਿਆ, ਉਸ ਵੇਲੇ ਸੁਮੇਧ ਸੈਣੀ ਦੂਸਰੇ ਪਾਸੇ ਭੁਗਤ ਰਿਹਾ ਸੀ, ਜਿਹਦਾ ਇੱਕ ਬਦਲਾ ਲਊ ਰਾਜਨੀਤੀ ਚੱਲ ਰਹੀ ਹੈ। ਪ੍ਰਦੀਪ ਵਿਰਕ ਜਿਹੜਾ ਕੇਸ ਲੜ ਰਿਹਾ, DGP ਵਿਰਕ ਦਾ ਜਿਹੜਾ ਲੜਕਾ ਹੈ, ਉਹਨੇ ਬੜੀ ਦਲੇਰੀ ਨਾਲ ਕੇਸ ਲੜਿਆ। ਪਰ ਨਾਲ ਇਹ ਵੀ ਚੱਲਦਾ ਕਿ ਵਿਰਕ ਵੀ ਖੁਦ ਜਦੋਂ ਬਲੈਕ ਕੈਟਸ ਦੀਆਂ ਗੱਲਾਂ, 300 ਦੇ ਕਰੀਬ ਕੈਟ ਆ ਜਿਹੜੀ, ਉਹਦੀ ਗੱਲ ਬਕਾਇਦਾ ਆਪ DGP ਵਿਰਕ ਨੇ ਕੀਤੀ। ਅਤੇ ਉਸ ਵੇਲੇ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਅਤੇ ਨੌਜਵਾਨੀ ਦਾ ਤਸ਼ੱਦਦ ਹੋਇਆ। ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਵੀ ਲੋਕਾਂ ਦੇ ਮਨ ਹਿਰਦੇ ਵਲੁੰਦਰੇ ਗਏ ਨੇ। ਸੋ ਇਸੇ ਤਰ੍ਹਾਂ ਜੇ ਇੱਕ ਗੱਲ ਹੋਰ ਦੇਖੀਏ, ਜਦੋਂ 1984 ਸਿੱਖ ਕਤਲੇਆਮ ਦੀ ਗੱਲ ਕਰੀਏ, ਇੰਨੀ ਦਿਨੀ ਹੀ ਕਾਂਗਰਸ ਦੇ ਇਸ਼ਾਰੇ 'ਤੇ ਜਿਹੜਾ ਜ਼ੁਲਮ ਕਰਨ ਵਾਲਾ ਸੱਜਣ ਕੁਮਾਰ, ਉਹ ਜ਼ਮਾਨਤ ਲਈ ਤੜਪ ਰਿਹਾ ਸੀ, ਪਰ ਉਸ ਦੀ ਜ਼ਮਾਨਤ ਰੱਦ ਹੋਈ। ਉਹ ਵੀ ਜਿਹੜਾ ਹੈ ਉਹ ਦੂਸਰੀ ਸਟੇਟ ਪਾਰਟੀ ਦਾ। ਹੁਣ BJP ਜਾਂ ਅਲਾਇੰਸ ਸੁਮੇਧ ਸੈਣੀ ਵਰਗੇ ਦੀ ਪ੍ਰੋਟੈਕਸ਼ਨ, ਕਾਂਗਰਸ ਦੇ ਅਲਾਇੰਸ ਸੱਜਣ ਕੁਮਾਰ ਦੀ ਪ੍ਰੋਟੈਕਸ਼ਨ, DGP ਜਿਹੜਾ ਵਿਰਕ ਹੈ ਉਸ ਦਾ ਮਾਮਲਾ ਸਾਹਮਣੇ, ਕਈ ਤਰ੍ਹਾਂ ਦੀਆਂ ਜਿਹੜੀਆਂ ਗੁੰਝਲਾਂ ਉਹਦੇ ਵਿੱਚੋਂ ਜਦੋਂ ਅਸੀਂ ਇੱਕ ਇੱਕ ਕਰਕੇ ਦੇਖਦੇ ਹਾਂ ਕਿ ਜੇ ਅੱਜ DGP ਸੁਮੇਧ ਸੈਣੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਦਾ ਰਾਜਨੀਤਿਕ ਮਫਾਦ ਕਾਂਗਰਸ ਦੀ ਕੈਪਟਨ ਸਰਕਾਰ ਦਾ ਚੱਲ ਰਿਹਾ ਹੈ, ਇਸ ਦੇ ਬਾਰੇ ਲੋਕਾਂ ਦੀ ਪਹੁੰਚ ਕੀ ਹੋਵੇ? ਕੀ ਉਸ ਦਾ ਕਿਸੇ ਕਿਸਮ ਦਾ ਵਿਰੋਧ ਹੋਣਾ ਚਾਹੀਦਾ, ਜਿਵੇਂ ਕਿ ਕੁਝ ਜਿਹੜੇ ਹੈ ਕਾਂਗਰਸ ਦੇ ਵਿਰੋਧੀ ਅਤੇ ਅਕਾਲੀ ਪੱਖੀ ਹਲਕਿਆਂ ਦੇ ਵਿੱਚ ਇਹ ਗੱਲ ਵੀ ਚੱਲਦੀ ਹੈ, ਉਹਦੇ ਬਰਾਬਰ ਜਿਹੜਾ ਇਹ ਡਿਸਕੋਰਸ ਜਿਹੜਾ ਹੈ DGP ਵਿਰਕ ਦਾ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਉਹ ਜਿਹੜਾ ਮੁੰਡਾ ਉਹ ਕੇਸ ਲੜ ਰਿਹਾ, ਉਹਦੇ ਬਾਪ ਨੇ ਇੰਨਾ ਕੁਛ ਕੀਤਾ ਸੀ। ਜਾਂ ਇਹ ਚਾਹੀਦਾ ਕਿ ਸੈਣੀ ਦੇ ਖਿਲਾਫ
सबूत ने उन्होंने जेल 'ਚ सुट्टो, फिर जे विरक के खिलाफ जिन्ने सबूत ने उन्होंने भी इकट्ठे करो, ਉਹਦੇ ਤੇ ਵੀ केस चलाओ। गुरदस की गल इस तरह कि जी बहस चल रही है, मैं इसनों बिल्कुल रद्द करदा। इस बहस 'ਚ मैं पैना भी नहीं चाहता, क्योंकि ये उस तरह जिवें 84 के टाकरे दे तुसीं 2002 के कतलेआम की गल करते हो, जे तुसीं 2002 के कतलेआम की गल करते हो तुहाडे ते कांग्रेसी एजेंट होने का दोष लगता। जे तुसीं 84 की गल करते हो तुहाडे ते कहा जाता कि अकालियां दे ते बीजेपी के टाउट ने, ਜਦੋਂ कि इंसाफ मंगण वाले ਜਿਹੜੇ लोग ने वो इन्हां गल्लां तो उपर उठ चुके हैं। उन्होंने इस गल नाल कोई लेना देना नहीं गा कि किहड़ी पार्टी किस मुद्दे नूं फुटबॉल बना के खेड रही है। पार्टीबाजी 'ਚ पैण ਦੀ ਸਾਨੂੰ ਲੋੜ नहीं, गल करिए असूल की। असूली तौर पर पंजाब 'ਚ नौजवानी का घाण होया, स्टेट ने पावरां दित्तियां, उस पावर का फायदा सुमेश सिंह सैणी ने भी चुक्या, SS विरक ने भी चुक्या। दोनों बराबर के कसूरवार है। और विरक वाले केस 'ਚ एक बड़ी दिलचस्प गल ये हुई है कि विरक तो महाराष्ट्र काडर का अफसर सी, पंजाब वो खुद आया, पंजाब पंजाब उसका वैरी बन गया, फिर उन्हें महाराष्ट्र भजन की कोशिश की और महाराष्ट्र में शिवसेना वर्गे ने मूहरे होकर उसको कलावे च लिया। तो शिवसेना वाले कौन ने? अजे जोड़े लोग शिवसेना के बीजेपी 'ਚ अंतर कर रहे हैं, अपने आप को धोखा दे रहे हैं। ठीक है, वक्ती तौर पर बीजेपी तो उन्होंने छोटी सरकार बना ली है, विच कांग्रेसी भी नाल जुड़े हुए, NCP भी नाल जुड़ी हुई है, पर की शिवसेना का जो अपना जो दामन है वो पाक साफ है? उन्होंने मुसलमानों का घान नहीं किया। जो बाबरी मस्जिद तो बाद बॉम्बे 'ਚ जो हिंसा हुई है मुसलमानों के खिलाफ, शिवसेना उस शामिल सी। शिवसेना ने भी समय समय घट गिनतियों के खिलाफ बड़े जहर उगलण वाले बयान दिते, अज वो सैकुलर बन गई है। ये जी इस किस्म की बकवासबाजी और जिन्हों कहते गैर संवेदनशील और हासोहीणियां जी गल्लां, ਇਹਦਾ कोई मतलब नहीं गा। ये नौटंकी नहीं चल रही इत्थे, ये सीरियस मामले ते आपां गल कर रहे हैं। लोगों का घाण होया उत्थे, वर्दियां जिन्होंने पाईयां उन्होंने काम हुंदा, उन्होंने सौं खाधी संविधान की कि लोगों की जान माल की राखी करनी, ना कि लोगों ने शिकार खेडना। शिकार खेडण वाले 'ਚ SS विरक भी शामिल सीगा, सुमेश सिंह सैणी भी शामिल सीगा। उन्हां दी आपसी लड़ाई की है, किहड़ी पार्टी किहदी पिठ ते खलोती है, साडी समस्या नहीं आवली। पंजाब के लोग इंसाफ मंगते, उन्होंने इंसाफ दिओ, चाहे SS विरक नूं टंगो, चाहे सुमेश सिंह सैणी नूं टंगो, ये सारे कसूरवार ने। सो अज जिहड़ा जिस किस्म का जे सैणी इस वेले उस सलाखां पिछे जा रहा तो उस दे विच डिस्कोर्स ये खड़ा करके कि ये विरक नूं पहलां लियाओ जां इस तरह करो, ये भी एक चालबाजी है, भुलेखा पाया जा रहा है लोगों को, इस किस्म की बहस चलाई जा रही है, कोई मतलब ही है नहीं जी। ये तो बहस ही बड़ी निर्मूल है। बहस तो ये होनी चाहिए कि एक अफसर चलो जा रहा, बाकी भी लियाओ। हाँ, बहस तो ये होनी चाहिए सी कि जिहड़े खालड़ा केस छोटे छोटे अफसर सजा याफ्ता होए ने, ਜਿਹੜਾ ਉਹਨਾਂ ਤੋਂ ਹੁਕਮ ਦੇ ਕੇ ਕਰਵਾਉਣ ਵਾਲਾ ਸੀਗਾ, ਉਹਦੀ ਨਿਸ਼ਾਨਦੇਹੀ ਕਿਉਂ ਨਹੀਂ ਹੋਈ? KPS ਗਿੱਲ ਕਿਵੇਂ ਸੰਸਾਰ ਤੋਂ ਕੂਚ ਕਰ ਗਿਆ? ਸਵਾਲ ਤੇ ਵੀ ਪੈਦਾ ਹੁੰਦਾ। ਬਿਲਕੁਲ, ਕਿੰਨਾ ਲੋਕਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਸੀਗਾ। 84 ਦੇ ਕਤਲੇਆਮ ਵਿੱਚ ਵੀ ਇਦਾਂ ਹੀ ਆ, 2002 ਦੇ ਕਤਲੇਆਮ ਵਿੱਚ ਵੀ ਇਦਾਂ ਹੀ ਆ। ਨਰਿੰਦਰ ਮੋਦੀ, ਰਾਜੀਵ ਗਾਂਧੀ ਦੋਨੇ ਇੱਕੋ ਜਿਹੇ ਨਿਬੜੇ ਇੱਕੋ ਜਿਹੇ ਸਾਬਤ ਹੋਏ ਆ। ਅਸੀਂ ਇਸ ਗੱਲ 'ਚ ਕੀ ਲੈਣਾ ਕਿ BJP ਦੋਸ਼ੀ ਹੈ, ਕਾਂਗਰਸ ਦੋਸ਼ੀ ਹੈ? ਅਸੀਂ ਤਾਂ ਕਹਿੰਦੇ ਇੰਡੀਅਨ ਸਟੇਟ ਉਸ ਦੇ ਹੱਥ ਖੂਨ ਨਾਲ ਰੰਗੇ ਹੋਏ ਆ। ਡਜ਼ਨਟ ਮੈਟਰ ਗੱਦੀ ਤੇ ਕਿਹੜਾ ਬੈਠਾ ਸੀਗਾ, ਕਿਹੜਾ नहीं बैठा। सो बिल्कुल ये गल जी एक स्पष्ट है। इस समय जे असी जसवंत सिंह खालड़ा के 25वें बरे ते शहीदी की गल कर रहे हैं तो सिर्फ एक जशन के रूप के शहीदी समागम के रूप काफ़ी नहीं, जेकर असी बराबर ते मौजूदा समय जोड़े इस वेले उन्होंने जालमां दे विचों मौजूद ने उन्होंने एक एक करके कटहरे च नहीं लियाउंदे। ये गल भी लोग जानते हैं कि जरूरी नहीं कि इंसाफ मिले। ये गल भी सच है, जे इन्ने दिनों का वो सैनी बचता फिरदा तो हो सकता है कि कल नूं कोई अजीब जी खबर होर कोई आवे जिहदे विच उसका बचाव हो जाए, क्योंकि उपर जिहड़े बैठे ने, सेंटर च जिहड़े बैठे ने, वो इस गल के उपर सहमत ने कि जे एक वाढियों ये शुरू हो गया काम तो इस तो बाद बहुत सारे होर ने जिवें उहदे खिलाफ वादा माफ गवाह बने ने जां होर बनण नूं तैयार ने, जां ईवन ये भी आवाज़ उठ रही है कि विदेशों भी बहुत सारे लोग ने जिन्हां दे परिवारां दे उपर तशद्दद होए, जिन्हां दे भैण भरावां नूं मारिया गया, सैनी ने खुद इशारे ते मरवाया। अज उन्होंने भी बोलण की लोड़ है, बोलन तो हो सकता स्टेट अज फिर प्रोटैक्ट कर जाए। पर साडा जिहड़ा फर्ज है, जिवें जिक्र पहलां कीता है कि कोई भी है, चाहे सैनी है, चाहे वह गिल है, जां फिर वह विरक है, जां इस तरह कांग्रेस है, अकाली BJP कोई है, जिथे जिथे भी दोषी ने उन्हां दीयां सज़ावां मिलनियां चाहीदियां। बिल्कुल, सानूं स्टेट नूं जवाब दे पहलां बनाना पऊगा हर एक तरह की जाति लई। डजन मैटर कि पावर 'ਚ कौन सी कौन नहीं है, ये गल्लां बाद 'ਚ आउंदियां। पहलां स्टेट का करैक्टर समझने की कोशिश करिए आपां, और स्टेट किवें सारिਆਂ ਨੂੰ वरत रही है। और केंद्र में पूरा जोर लगा इस फिल्म सैनी ਨੂੰ बचाउण दा, और कल्ला उन्हां ਨੂੰ नहीं, केंद्र तो इस गल ਲਈ वजद कि जिहड़े काले कानून उस तरह जारी रहन, घट गिनती का घाण होंदा रहे। और
ਜਿਹੜੇ ਲੋਕ ਸ਼ਹਿਰਾਂ 'ਚ ਬੈਠੇ ਖਾਂਦੀ ਪੀਂਦੀ ਬਹੁ ਗਿਣਤੀ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਛੜੇ ਇਲਾਕਿਆਂ ਵਿੱਚ ਘੱਟ ਗਿਣਤੀਆਂ ਨਾਲ ਦੱਬੇ ਕੁਚਲੇ ਲੋਕਾਂ ਨਾਲ ਪੁਲਿਸ ਜਾਂ ਸੁਰੱਖਿਆ ਕਰਮੀ ਕਿਹੋ ਜਿਹਾ ਵਰਤਾਓ ਕਰ ਰਹੇ। ਰੱਖੜੀ ਦਾ ਤਿਉਹਾਰ ਆਉਂਦਾ, ਸ਼ਹਿਰੀ ਬੀਬੀਆਂ ਨਿਕਲ ਕੇ ਆਉਂਦੀਆਂ ਘਰਾਂ 'ਚੋਂ, ਰੱਖੜੀ ਬਣਦੀਆਂ ਉਹਨਾਂ ਗੁੱਟਾਂ ਦੇ ਉੱਤੇ, ਜਿਹੜਾ ਗੁੱਟਾਂ ਨੇ ਕਿਸੇ ਦੀ ਇੱਜ਼ਤ 'ਤੇ ਹੱਥ ਪਾਇਆ ਹੋਇਆ, ਕਿਉਂਕਿ ਉਹ ਇੱਜ਼ਤ ਘੱਟ ਗਿਣਤੀਆਂ ਦੀ ਔਰਤਾਂ ਦੀ ਸੀਗੀ, ਦਲਿਤ ਔਰਤਾਂ ਦੀ ਸੀਗੀ, ਇਸ ਕਰਕੇ ਤੁਹਾਨੂੰ ਮਨਾ ਨਹੀਂ ਰੱਖਦੀ ਤੁਹਾਡੇ ਲਈ ਕੋਈ ਗੱਲ। ਤੁਸੀਂ ਰੱਖੜੀਆਂ ਬਣ ਰਹੇ ਉਹਨਾਂ ਦੇ ਗੁੱਟਾਂ 'ਤੇ ਜਾ ਕੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਹੜੇ ਮੂੰਹ ਨਾਲ ਉਹਨਾਂ ਨੂੰ ਰੱਖੜੀਆਂ ਤੁਸੀਂ ਬੰਦੇ ਹੋ, ਜਾ ਕੇ ਦੱਸੋ। ਕਿਉਂਕਿ ਇਹ ਦਰਦ ਉਹਨਾਂ ਲੋਕਾਂ ਦਾ ਹੀ ਹੈ। ਇੱਕ ਮੇਰੇ ਮੀਡੀਆ ਸਾਥੀ ਨੇ ਪੁੱਛਿਆ ਇੱਕ ਵਾਰੀ ਕੋਈ ਸਵਾਲ ਇਸੇ ਤਰ੍ਹਾਂ ਡਿਬੇਟ ਦੇ ਵਿੱਚ ਕਿ ਕਿਉਂ ਨਹੀਂ ਇਹ ਹਿਊਮਨ ਰਾਈਟਸ ਦੇ ਮੁੱਦੇ ਇਲੈਕਸ਼ਨਾਂ 'ਚ ਕੇਂਦਰ ਬਿੰਦੂ ਬਣਦੇ, ਕਿਉਂ ਨਹੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਲੋਕਾਂ ਦੀ ਜਵਾਬਦੇਹੀ ਹੁੰਦੀ ਜਿਹੜੇ ਜ਼ੁਲਮ ਕਰ ਰਹੇ ਆ। ਅਫਸੋਸ ਦੀ ਗੱਲ ਇਹ ਹੈ ਗੁਰਵਿੰਦਰ ਸਿੰਘ ਜੀ, ਸਾਨੂੰ ਇਹ ਮੰਨਣਾ ਚਾਹੀਦਾ ਕਿ ਮੁੱਖ ਤੌਰ 'ਤੇ ਦਮਨ ਦਾ ਕੁਹਾੜਾ ਘੱਟ ਗਿਣਤੀਆਂ 'ਤੇ ਦਲਿਤਾਂ 'ਤੇ ਦੱਬੇ ਕੁਚਲੇ 'ਤੇ ਚੱਲਦਾ। ਇੱਕ ਜਿਹੜਾ ਦੇਖਣਾ ਸਮਾਜ ਦੇ ਵਿੱਚ ਸੰਤੁਲਨ ਨਹੀਂ ਹੈ। ਹਾਂਜੀ, ਸੰਤੁਲਿਤ ਸਮਾਜ ਨਹੀਂ ਗਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਬਹੁਤ ਵੱਡੀ ਅਸਮਾਨਤਾ ਹੈ ਸਮਾਜ ਦੇ ਵਿੱਚ, ਜਿਸ ਦੇ ਕਰਕੇ ਬਹੁਤਾ ਕੁਹਾੜਾ ਉਹਨਾਂ ਲੋਕਾਂ 'ਤੇ ਚੱਲਦਾ ਤੇ ਹੂਕ ਵੀ ਉੱਥੇ ਉਹਨਾਂ ਹਲਕਿਆਂ 'ਤੇ ਉੱਠੂਗੀ। ਬਹੁ ਗਿਣਤੀ ਨੂੰ ਕੀ ਲੈਣਾ ਦੇਣਾ ਇਸ ਗੱਲ ਦੇ ਨਾਲ? ਜਦੋਂ ਬਹੁ ਗਿਣਤੀ 'ਤੇ ਉਹ ਸੇਕ ਹੀ ਨਹੀਂ ਪਹੁੰਚਿਆ ਘਰਾਂ ਨੂੰ, ਉਹ ਕਿਉਂ ਇਸ ਨੂੰ ਕੇਂਦਰ ਬਿੰਦੂ ਬਣਨ ਦੇਣਗੇ? ਉਹ ਜਿਹੜੇ ਪੇਤੇ ਜੇ ਮੁੱਦੇ ਉਹਨਾਂ 'ਤੇ ਵੋਟਾਂ ਪਾਉਣਗੇ, ਭ੍ਰਸ਼ਟਾਚਾਰ, ਮਹਿੰਗਾਈ ਵਗੈਰਾ ਵਗੈਰਾ। ਅਫਸੋਸ ਦੀ ਗੱਲ ਖੱਬੇ ਪੱਖੀ ਵੀ ਉਸੇ ਚੀਜ਼ 'ਚ ਪੈ ਜਾਂਦੇ, ਜਿਹਦੇ ਕਰਕੇ ਇਹ ਜਿਹੜੇ ਮੁੱਦੇ ਨੇ ਹਵਾ ਹੋ ਜਾਂਦੇ। ਸੋ ਅੱਜ ਵੀ ਉਹੀ ਚੱਲ ਰਿਹਾ। ਹੁਣ ਕਿੰਨੇ ਹੀ ਬੁੱਧੀਜੀਵੀ ਜੇਲ੍ਹ 'ਚ ਸਾੜੇ ਜਾ ਰਹੇ, ਜੇਲ੍ਹਾਂ 'ਚ। ਮਾਫ਼ ਕਰਨਾ ਜੀ, ਅੱਜ ਖਾਲੜਾ ਸਾਹਿਬ ਜਿਉਂਦੇ ਹੁੰਦੇ ਉਹ ਡਟ ਕੇ ਇਹਨਾਂ ਲੋਕਾਂ ਦੇ ਹੱਕ 'ਚ ਖੜ੍ਹਦੇ। ਬਿਲਕੁਲ, ਉਹਨਾਂ ਦਾ ਬੇਟਾ ਖੁਦ ਸਾਈ ਬਾਬਾ ਦੇ ਹੱਕ 'ਚ ਵੀ ਬੋਲਿਆ, ਵਾਰਾ ਰਾਓ ਦੇ ਹੱਕ 'ਚ ਬੋਲਿਆ, ਦਲਿਤਾਂ ਦੇ ਹੱਕ 'ਚ ਬੋਲਿਆ। ਇਹ ਗੱਲਾਂ ਲੋਕਾਂ ਨੂੰ ਸਮਝਣੀਆਂ ਪੈਣਗੀਆਂ। ਹਰ ਇੱਕ ਨੂੰ ਲੱਗਦਾ ਕਿ ਸਾਡੇ ਨਾਲ ਜ਼ਿਆਦਤੀ ਜਿਹੜੀ ਹੋਈ ਹੈ ਵੱਡੀ ਸੀ। ਦਲਿਤ ਆਪਣੀ ਲੜਾਈ ਲੜ ਰਹੇ ਹੈ, ਸਿੱਖ ਆਪਣੀ ਲੜਾਈ ਲੜ ਰਹੇ, ਮੁਸਲਮਾਨ ਆਪਣੀ ਲੜਾਈ ਲੜ ਰਹੇ ਨੇ, ਕਸ਼ਮੀਰੀ ਆਪਣੀ ਲੜਾਈ ਲੜ ਰਹੇ ਨੇ। ਇਹ ਲੜਾਈ ਹੁਣ ਟੁਕੜਿਆਂ 'ਚ ਲੜਨ ਦਾ ਸਮਾਂ ਨਹੀਂ ਰਿਹਾ, ਲੋਕਾਂ ਨੂੰ ਇਕੱਠੇ ਹੋਣਾ ਪੈਣਾ। ਸੱਚਾਈ ਹੈ ਖਾਲੜਾ ਸਾਹਿਬ, ਖੁਦ ਜਦੋਂ ਅਸੀਂ ਇਤਿਹਾਸ ਵੀ ਪੜ੍ਹੀਏ, ਜਿਸ ਤਰ੍ਹਾਂ ਉਹਨਾਂ ਲਾਵਾਰਸ ਲਾਸ਼ਾਂ ਲਈ ਬੋਲੇ ਜਿਹੜੇ ਸਿੱਖ ਨੌਜਵਾਨਾਂ ਦੀਆਂ ਸਨ, ਬਰਾਬਰ ਹਿਊਮਨ ਰਾਈਟਸ ਵਿੰਗ ਦੇ ਆਗੂ ਹੋਣ ਦੇ ਨਾਤੇ ਕਿਸੇ ਵੀ ਘੱਟ ਗਿਣਤੀ ਨਾਲ ਕਿਸੇ ਵੀ ਪੱਧਰ 'ਤੇ ਜਿਹੜਾ ਜ਼ਿਆਦਤੀ ਹੋਈ ਉਸ ਬਾਰੇ ਬੋਲੇ। ਚਮਨ ਲਾਲ ਦਾ ਕੇਸ ਅਜੇ ਵੀ ਉਸ ਪਰਿਵਾਰ ਨੇ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ, ਖਾਲੜਾ ਮਿਸ਼ਨ ਕਮੇਟੀ ਨੇ, ਉਹ ਹਿੰਦੂ ਪਰਿਵਾਰ ਨਾਲ ਸੰਬੰਧਿਤ ਜਿਹੜੇ ਵਿਕਟਮ ਬਣੇ, ਜਿਨ੍ਹਾਂ 'ਤੇ ਤਸ਼ੱਦਦ ਹੋਏ, ਉਹਨਾਂ ਦੀ ਆਵਾਜ਼ ਬੁਲੰਦ ਕਰ ਰਹੇ ਨੇ। ਸੋ ਇਹ ਘਿਨਾਉਣਾ ਦੋਸ਼ ਲਾਉਣਾ ਕਿ ਜੀ ਖਾਲੜਾ ਸਾਹਿਬ ਜਿਹੜੇ ਸ਼ਾਇਦ ਸਿੱਖਾਂ ਦੇ ਹੀ ਖੇਤਰ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਸਨ, ਇਹ ਗਲਤ ਬਿਆਨੀ ਵੀ ਹੈ। ਤੇ ਇਸ ਨੂੰ ਇਸ ਤਰ੍ਹਾਂ ਵੀ ਪੇਸ਼ ਕਰਨਾ ਕਿ ਖਾਲੜਾ ਸਾਹਿਬ ਕੇਵਲ ਤੇ ਕੇਵਲ ਕਿਸੇ ਖਾਸ ਮਿਸ਼ਨ ਦੇ ਉੱਪਰ ਹੀ ਕੇਂਦਰ ਸਨ, ਇਹ ਵੀ ਛੋਟੀ ਗੱਲ ਹੈ। ਖਾਲੜਾ ਸਾਹਿਬ ਦੀ ਜਿਹੜੀ ਸੋਚ ਸੀ ਉਹ ਕਿਸੇ ਵੀ ਕਿਸਮ ਦੀ ਜ਼ਿਆਦਤੀ ਕਿਸੇ 'ਤੇ ਵੀ ਨਾ ਹੋਵੇ, ਇਸ ਨੂੰ ਸਹਿਮਤੀ ਸੀ। ਤੇ ਉਹਨਾਂ ਸਾਰੇ ਜ਼ਾਲਮ ਪੁਲਿਸ ਅਫਸਰਾਂ ਦੇ ਖਿਲਾਫ, ਚਾਹੇ ਉਸ ਵੇਲੇ ਵੀ ਸੈਣੀ ਵਰਗੇ ਤੁਰੇ ਫਿਰਦੇ ਸੀ, ਇਹ ਬਦਮਾਸ਼ ਅੱਜ ਦੇ ਨਹੀਂ ਉਦੋਂ ਦੇ ਹੀ ਆ, ਜਾਂ ਉਸ ਸਮੇਂ ਜਿਹੜੇ ਅਜੀਤ ਸੰਧੂ ਵਰਗੇ ਹੋਰ ਸਾਰੇ, ਹਰੇਕ ਦੇ ਖਿਲਾਫ ਉਹ ਡਟੇ। ਦੇਖੋ ਇਸ ਤਰ੍ਹਾਂ ਜਿਹੜਾ ਲੋਟੂ ਟੋਲਾ, ਇਹਦਾ ਕੰਮ ਹੀ ਇਹੀ ਆ। ਜਦੋਂ ਪਿੱਛੇ ਸੁਮੀਰ ਸਿੰਘ ਸੈਣੀ ਨੂੰ ਨਜ਼ਰ ਆ ਰਿਹਾ ਸੀ ਕਿ ਹੁਣ ਮੈਂ ਗ੍ਰਿਫਤਾਰ ਕੀਤਾ ਜਾ ਸਕਦਾ ਹਾਂ, ਮੈਂ ਜਾਂ ਉਸਦੇ ਖਿਲਾਫ ਨਵਾਂ ਮਾਮਲਾ ਦੁਬਾਰਾ ਖੁੱਲਿਆ CBI ਦਾ, ਤਾਂ ਉਹਨੂੰ ਭੱਜਣਾ ਪੈ ਗਈ। ਉਹਦਾ ਬਿਆਨ ਕੀ ਸੀਗਾ? ਉਹ ਆਪਣੇ ਵੱਲੋਂ ਮਿਹਣਾ ਮਾਰ ਰਿਹਾ ਸੀਗਾ ਮੌਜੂਦਾ ਮੁੱਖ ਮੰਤਰੀ ਨੂੰ ਕਿ ਇਹ ਖਾਲਿਸਤਾਨੀ ਨਾਲ ਰਲ ਗਿਆ। ਯਾਨੀ ਜਿਹੜੇ ਹਿਊਮਨ ਰਾਈਟਸ ਦੀ ਲੜਾਈ ਲੜ ਰਹੇ ਆ ਉਹਨਾਂ ਲਈ ਉਹਨੇ ਇੱਕ ਲੇਬਲ ਕੱਢਿਆ ਹੋਇਆ ਆਪਣੇ ਪੁਲਿਸ ਵਾਲਿਆਂ ਨੇ, ਜਦੋਂ ਜੀ ਕਰਦਾ ਲਾ ਦਿੰਦੇ ਕਿ ਖਾਲਿਸਤਾਨ ਨਹੀਂ ਹੈ। ਖਾਲੜਾ ਸਾਹਿਬ ਰੈਡਿਊਸ ਟੂ ਐਸ਼ਿਸ ਨਾਂ ਦੀ ਕਿਤਾਬ ਵਿੱਚ ਇਸ ਗੱਲ ਦੀ ਤਸਦੀਕ ਹੋ ਚੁੱਕੀ ਹੈ। ਉਹਨਾਂ ਨੇ ਆਪਣੇ ਸਮੇਂ ਵਿੱਚ ਜਦੋਂ ਹਿੰਦੂਆਂ ਦੇ ਕਤਲ ਪੰਜਾਬ 'ਚ ਹੋਏ, ਉਸ ਦੇ ਖਿਲਾਫ ਵੀ ਭੁੱਖ ਹੜਤਾਲ ਰੱਖੀ ਸੀਗੀ। ਤੁਸੀਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਖਾਲਿਸਤਾਨੀ ਹੋਣ ਦਾ ਖਿਤਾਬ ਦੇ ਰਹੇ ਹੋ? ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਸਿਰਫ ਇੱਕ ਸਾਜ਼ਿਸ਼ ਹੈ, ਕਿਸੇ ਦਾ ਮੂੰਹ ਬੰਦ ਕਰਾਉਣਾ ਹੋਵੇ। ਰਾਸ਼ਟਰਵਾਦ ਦੇ ਨਾਂ 'ਤੇ ਪੁਲਿਸ ਦਾ ਮਨੋਬਲ ਹੇਠਾਂ ਡਿੱਗਦਾ ਹੈ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ। ਇਹੋ ਜਿਹੀਆਂ ਗੱਲਾਂ ਕਹਿ ਕੇ ਲੋਕਾਂ ਦੇ ਮੂੰਹ ਬੰਦ ਕਰਾਏ ਜਾਂਦੇ, ਔਰ ਜਿਹੜੀ ਬਹੁ ਗਿਣਤੀ ਮੂੰਹ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ, ਕਿਉਂਕਿ ਤੁਹਾਡੇ ਘਰਾਂ ਨੂੰ ਸੇਕ ਨਹੀਂ ਪਹੁੰਚ ਰਿਹਾ, ਤੁਹਾਡੀ ਲੜਾਈ ਵੀ ਹੈ ਨਹੀਂ, ਨਾ ਤੁਹਾਨੂੰ ਕੁਝ ਮੰਗਣ ਦੀ ਲੋੜ ਆ, ਤੁਹਾਨੂੰ ਤਾਂ ਵੈਸੇ ਹੀ ਸਭ ਕੁਝ ਬੈਠੇ ਬਿਠਾਏ ਮਿਲ ਗਿਆ। ਇਸ ਕਰਕੇ ਤੁਹਾਨੂੰ ਘੱਟ ਗਿਣਤੀਆਂ ਦੀ ਹੂਕ, ਉਹਨਾਂ ਦੀਆਂ ਪਰੇਸ਼ਾਨੀਆਂ, ਰੁਸਵਾਈਆਂ, ਉਹਨਾਂ ਦੇ ਬੱਚੀਆਂ ਥਾਣਿਆਂ 'ਚ ਰੁਲਦੀਆਂ ਹੋਣ, ਉਹਨਾਂ ਦੀ ਪੱਤ ਰੁਲਦੀ ਹੋਵੇ, ਤੁਹਾਡੇ 'ਤੇ ਅਸਰ ਹੀ ਹੈ ਨਹੀਂ ਇਸ ਗੱਲ ਦਾ। ਸੋ ਇਹ ਦੁਖਾਂਤ ਹੈ ਕਿ ਅਖੀਰ 'ਚ ਘੱਟ ਗਿਣਤੀਆਂ ਨੂੰ ਹੀ ਇਹ 'ਚ ਹਮਲਾ ਮਾਰਨਾ ਪੈਂਦਾ। ਸਾਨੂੰ ਖੁਸ਼ੀ ਇਸ ਗੱਲ ਦੀ ਕਿ ਕੁਛ ਚੰਦ ਮੁੱਠੀ ਭਰ ਬਹੁ ਗਿਣਤੀ ਦੇ ਲੋਕ ਨੇ ਜਿਨ੍ਹਾਂ ਨੇ ਅੱਗੇ ਹੋ ਕੇ ਇਸ ਲੜਾਈ ਨੂੰ ਆਪਣੀ ਲੜਾਈ ਸਮਝਿਆ, ਚਾਹੇ ਮਨੋਜ ਮਿੱਟਾ ਵਰਗੇ ਹੋਣ, ਚਾਹੇ ਉਸ ਦੇ ਵਿੱਚ ਰਜਨ ਲਖਨਪਾਲ ਵਰਗੇ ਕਿਉਂ ਨਾ ਹੋਣ। ਸੋ ਇਹ ਗੱਲਾਂ ਜਿਹੜੀਆਂ ਨੇ ਅਫਸੋਸ ਦੀਆਂ ਨੇ। ਸੱਚ ਹੈ ਜੀ, ਜਿਨ੍ਹਾਂ ਦੇ ਵਿੱਚੋਂ ਅਸੀਂ ਰੰਜਨ ਲਖਨਪਾਲ ਜਿਨ੍ਹਾਂ ਨਾਲ ਗੱਲਬਾਤ ਖੁੱਲ੍ਹੀ ਵੀ ਕੀਤੀ, ਉਹਨਾਂ ਨੇ ਸਮੇਤ ਸੈਣੀ ਦੀਆਂ ਸਾਰੀਆਂ ਕਰਤੂਤਾਂ ਜਾਂ ਉਸ ਦੇ ਨਾਲ ਬਾਕੀਆਂ ਦੀਆਂ ਖੁੱਲ੍ਹ ਕੇ ਬਿਆਨ ਵੀ ਕੀਤੀਆਂ ਅਤੇ ਉਹਨਾਂ ਦੀ ਕੀਮਤ ਵੀ ਤਾਰੀ। ਉਹੀ ਰੰਜਨ ਲਖਨਪਾਲ ਆਪਣੇ ਬੱਚੇ ਨੂੰ 10 ਸਾਲ ਦੇ ਨੂੰ ਗੁਆ ਬੈਠੇ, ਉਸ ਸਥਾਪਤੀ ਦੇ ਨਾਲ ਉਹਨਾਂ ਨੇ ਟੱਕਰ ਲਈ,
पर ਕੰਪਰੋਮਾਈਜ਼ नहीं किया, समझौता नहीं किया। ਇਹੋ ਜਿਹੇ ਕੈਨੇਡਾ ਦੀ ਧਰਤੀ ਤੇ ਡਾਕਟਰ ਰਵੀ ਸ਼ਰਮਾ ਵਰਗੇ, ਜੇਕਰ ਸ਼ਰਮਾ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ, ਜਾਂ ਉਹੋ ਜਿਹੇ ਬਹੁਤ ਸਾਰੇ ਹੋਰ ਵੀ। ਪਰ ਅੱਜ ਵੀ ਜਦੋਂ ਅਸੀਂ ਐਟ ਲਾਰਜ ਦੇਖਦੇ ਹਾਂ ਤਾਂ ਇਹ ਗੱਲ ਸਾਡੇ ਸਾਹਮਣੇ ਦੁੱਖ ਮਹਿਸੂਸ ਹੁੰਦਾ ਹੈ ਕਿ ਲਹੂ ਦਾ ਰੰਗ ਇੱਕ ਹੈ, ਜੇਕਰ ਇਨਸਾਨ ਦੀ ਬਣਤਰ ਇੱਕ ਹੈ ਤੇ ਕੁਦਰਤ ਨੇ ਘਾੜ ਤੇ ਇੱਕ ਕੀਤੀ ਹੈ, ਤਾਂ ਫਿਰ ਘੱਟ ਗਿਣਤੀ ਤੇ ਤਸ਼ੱਦਦ ਤੇ ਬਹੁ ਗਿਣਤੀ ਦਾ ਹਾਦਸਾ, ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਦਸਾ ਕਿਸ ਕਿਸਮ ਦਾ ਹੋ ਰਿਹਾ? ਇਹ ਕਿਉਂ ਨਹੀਂ ਹੋ ਰਿਹਾ? ਕਿਉਂ ਸਮੇਰ ਸੈਣੀ ਵਰਗੇ ਨੂੰ ਬਚਾਉਣ ਲਈ ਇਹ ਸਾਰੇ ਲੋਕ ਜਿਹੜੇ ਅੱਗੇ ਆ ਰਹੇ ਨੇ? ਅੱਜ ਚਾਹੀਦਾ ਇਹ ਹੈ ਕਿ ਹਰ ਤਬਕਾ ਜਿਹੜਾ ਉੱਠੇ, ਉਹ ਕਵੇ ਕਿ ਇਹੋ ਜਿਹੇ ਕਾਲੀਆਂ ਕਰਤੂਤਾਂ ਦੇ ਮਾਲਕ ਨੂੰ ਜੇਲ੍ਹ 'ਚ ਸੁੱਟੋ, ਇਹੋ ਜਿਹਿਆਂ ਨੂੰ ਫਾਂਸੀ 'ਤੇ ਟੰਗੋ। ਫਾਂਸੀ 'ਤੇ ਉਹ ਤਾਂ ਟੰਗੇ ਗਏ ਜਿਨ੍ਹਾਂ ਦੇ ਉੱਪਰ ਖਾਲਿਸਤਾਨ ਦਾ ਟੈਗ ਲਾ ਲਿਆ। ਕੀ ਖਾਲਿਸਤਾਨੀ ਹੋਣਾ ਕੋਈ ਗੁਨਾਹ ਹੈ? ਕੀ ਇੰਡੀਅਨ ਕੌਨਸਟੀਟਿਊਸ਼ਨ ਜਿਹੜਾ ਖੁਦ ਇਹ ਕਹਿੰਦਾ ਕਿ ਸ਼ਾਂਤਮਈ ਢੰਗ ਦੇ ਨਾਲ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਇਹ ਕੋਈ ਦੋਸ਼ ਹੈ? ਜਾਂ ਸਿਰਫ ਤੇ ਸਿਰਫ ਫਾਹੇ ਟੰਗਣ ਲਈ ਇੱਕ ਖਿਤਾਬ ਦੇ ਦਿੱਤਾ, ਜਾਂ ਸਰਕਾਰ ਇੱਕ ਕਿਸੇ ਨੂੰ ਕਹਾੜਾ ਬਣਾਉਣ ਲਈ ਇਸ ਤਰ੍ਹਾਂ ਦਾ ਬਿਆਨਬਾਜ਼ੀ ਕਰੇ? ਦੇਖੋ ਗੱਲ ਇਸ ਤਰ੍ਹਾਂ, ਜਦੋਂ ਉੱਥੇ ਤਰਵਿੰਦਰ ਸਿੰਘ ਪਰਮਾਰ ਦੀ ਫੋਟੋ ਨੂੰ ਲੈ ਕੇ ਕਈ ਵਾਰ ਰੌਲਾ ਪੈਂਦਾ ਕਿ ਪਰਮਾਰ ਦੀ ਫੋਟੋ ਲੱਗੀ ਦਸ਼ਮੇਸ਼ ਦਰਬਾਰ 'ਚ ਕਿਉਂ ਲੱਗੀ ਆ, ਸਰੀ ਗੁਰੂ ਘਰ 'ਚ ਕਿਉਂ ਲੱਗੀ ਆ। 15 ਅਗਸਤ ਨੂੰ ਰੈਲੀ ਵੇਲੇ ਕੁਝ ਲੋਕ ਤਰਵਿੰਦਰ ਸਿੰਘ ਪਰਮਾਰ ਦੀ ਫੋਟੋ ਲੈ ਕੇ ਉੱਥੇ ਗਏ। ਜਿਹੜੇ ਉਹਨੂੰ ਸ਼ਹੀਦ ਮੰਨਦੇ ਨੇ ਉਹ ਮੰਨਣ ਨਾ ਮੰਨਣ ਉਹਨਾਂ ਦੀ ਸਮੱਸਿਆ, ਮੇਰੀ ਸਮੱਸਿਆ ਨਹੀਂ ਗੀ ਵਾਲੀ। ਉਹਨਾਂ ਨੂੰ ਉਹਨਾਂ ਦੇ ਵਿਚਾਰ ਮੁਬਾਰਕ ਹੋਣ, ਪਰ ਸਾਨੂੰ ਇੱਕ ਸਵਾਲ ਕਰਨਾ ਪੈਣਾ, ਜਾਇਜ਼ ਸਵਾਲ ਕਿ ਪਰਮਾਰ ਨੂੰ ਤੁਸੀਂ ਖੁਦ ਦਹਿਸ਼ਤਗਰਦ ਗਰਦਾਨ ਕੇ ਉਹਨੂੰ ਮੁਕਾਬਲਾ ਬਣਾਤਾ। ਨਾ ਕੋਈ ਅਪੀਲ, ਨਾ ਕੋਈ ਦਲੀਲ, ਨਾ ਵਕੀਲ, ਕਚਹਿਰੀ ਨੇ ਕੋਈ ਫੈਸਲਾ ਨਹੀਂ ਕੀਤਾ। ਆਪਣੇ ਤੌਰ 'ਤੇ ਦਹਿਸ਼ਤਗਰਦ ਗਰਦਾਨ ਕੇ ਮੁਕਾਬਲਾ ਬਣਾ ਕੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਮੌਤ ਦੀ ਸਜ਼ਾ ਦਿੱਤੀ ਗਈ। ਇਹੋ ਜਿਹੇ ਜਿਹੜੇ ਕੰਮ ਲਗਾਤਾਰ ਹੋ ਰਹੇ, ਖਾਲਿਸਤਾਨੀਆਂ ਦੇ ਅਨੇਕਾਂ ਦੇ ਇਸ ਤਰ੍ਹਾਂ ਦੇ ਮੁਕਾਬਲੇ ਬਣਾਏ ਗਏ, ਸ਼ਿਕਾਰ ਖੇਡਿਆ ਗਿਆ ਲੋਕਾਂ ਦਾ ਸ਼ਰੇਆਮ। ਚਲੋ ਤੁਸੀਂ ਕਹਿੰਦੇ ਹੋ ਹਿੰਸਾ ਹੋਈ, ਅੱਜ ਤਾਂ ਸਿਰਫ 2020 ਰੈਫਰੈਂਡਮ ਦੀ ਗੱਲ ਕਰ ਰਹੇ ਨੇ ਜਮਹੂਰੀ ਢੰਗ ਨਾਲ, ਉੱਥੇ ਤਾਂ ਕੋਈ ਹਿੰਸਾ ਦੀ ਵੀ ਗੱਲ ਨਹੀਂ ਹੋ ਰਹੀ। ਤੁਸੀਂ ਉਹਨੂੰ ਦਹਿਸ਼ਤਗਰਦ ਵੀ ਗਰਦਾਨਤਾ, ਹਰਦੀਪ ਸਿੰਘ ਨਿੱਜਰ ਨੂੰ, ਪਤਵੰਤ ਸਿੰਘ ਪੰਨੂ ਨੂੰ ਦਹਿਸ਼ਤਗਰਦ ਗਰਦਾਨਤਾ, ਹੁਣ ਉਹਨਾਂ ਦੀ ਜਾਇਦਾਦਾਂ ਕੁਰਕ ਕਰਨ ਜਾ ਰਹੇ। ਜੇ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਹਿੰਦੂਤਵਾ ਦੇ ਨਾਂ 'ਤੇ ਦਹਿਸ਼ਤਗਰਦੀ ਦੇ ਚਲਾਉਣ ਵਾਲਿਆਂ ਦੇ ਖਿਲਾਫ ਇਹੋ ਜਿਹੀ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ? ਸਾਡੇ ਕੰਨੀ ਇਹ ਖਬਰਾਂ ਕਿਉਂ ਨਹੀਂ ਆਉਂਦੀਆਂ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ, ਜਾਂ ਉਹਨਾਂ ਦੇ ਮੁਕਾਬਲੇ ਬਣਾਏ ਜਾ ਰਹੇ, ਜਾਂ ਉਹਨਾਂ ਦੇ ਸਿਰ 'ਤੇ ਇਨਾਮ ਰੱਖਿਆ ਗਿਆ ਹੋਵੇ, ਜਾਂ ਸਟੇਟ ਖੁਦ ਕਵੇ ਕਿ ਦਹਿਸ਼ਤਗਰਦ ਨੇ? ਉਲਟ ਗੱਲ, ਜਿਹੜੇ ਦਹਿਸ਼ਤਗਰਦ ਸੰਗਠਨਾਂ ਦੀ ਸੂਚੀਆਂ ਤਿਆਰ ਹੁੰਦੀਆਂ ਲਗਾਤਾਰ, ਉਹਦੇ ਵਿੱਚ ਇੱਕ ਵੀ ਹਿੰਦੂਤਵੀ ਸੰਗਠਨ ਦਾ ਨਾਂ ਭਾਰਤ ਸਰਕਾਰ ਵੱਲੋਂ ਨਾਮਜ਼ਦ ਨਹੀਂ ਕੀਤਾ ਗਿਆ। ਛੁੱਟ ਖਾਲਿਸਤਾਨੀਆਂ ਦੇ, ਮਾਓਇਸਟਾਂ ਦੇ, ਮੁਸਲਮਾਨਾਂ ਦੇ ਅਨੇਕਾਂ ਸੰਗਠਨ ਨੇ, ਇਹਨਾਂ ਨੂੰ ਤਾਂ ਖੁੱਲ੍ਹੀ ਛੁੱਟੀਆਂ ਨੇ। ਇਸ ਤੋਂ ਵੱਡਾ ਪੱਖਪਾਤ ਹੋਰ ਕੀ ਹੋਊਗਾ? ਔਰ ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਇੱਥੇ, ਜਿਹੜੀ ਮੈਂ ਆਪਣੇ ਅੱਖੀਂ ਪੜ੍ਹੀ ਆ ਔਰ ਮੈਂ ਲੋਕਾਂ ਨੂੰ ਅਗਾਹ ਕਰਨਾ ਚਾਹੁੰਦਾ। ਰਾਸ਼ਟਰੀ ਸਿੱਖ ਸੰਗਤ, ਜਿਹੜਾ RSS ਦਾ ਸਿੱਖ ਵਿੰਗ, ਉਹਨਾਂ ਦਾ ਇੱਕ ਪਰਚਾ ਨਿਕਲਦਾ ਸੰਗਤ ਸੰਸਾਰ। ਉਸ ਪਰਚੇ 'ਚ ਤੁਸੀਂ ਹੈਰਾਨ ਹੋਵੋਗੇ ਜਾਣ ਕੇ, ਖਾਲੜਾ ਸਾਹਿਬ ਬਾਰੇ ਬੜਾ ਵਧੀਆ ਲੇਖ ਲਿਖਿਆ ਗਿਆ, ਬੜੀ ਦਰਿਆਦਿਲੀ ਵਿਖਾਈ ਗਈ ਹੈ। ਖਾਲੜਾ ਸਾਹਿਬ ਨਾਲ ਜ਼ਿਆਦਤੀ ਹੋਈ, ਖਾਲੜਾ ਨੇ ਮਨੁੱਖ ਹੱਕਾਂ ਦੀ ਗੱਲ ਕੀਤੀ ਕਿਉਂਕਿ ਉਹ ਸਿੱਖ ਸੀਗੇ ਔਰ ਉਹ ਸੂਟ ਕਰਦੀ ਹੈ BJP RSS ਦੀ ਪੋਲੀਟਿਕਸ ਨੂੰ। ਅੰਦਰ ਖਾਤੇ ਇਹ ਗੱਲਾਂ ਵੀ ਹੋ ਰਹੀਆਂ, ਪਰ ਦੂਜੇ ਪਾਸੇ ਜਿਹੜੇ ਲੋਕ ਮੁਸਲਮਾਨਾਂ ਦੇ ਹੱਕ 'ਚ ਨਿਤਰਦੇ ਆ, ਉਹਨਾਂ ਦੇ ਮੂੰਹ ਬੰਦ ਕਰਾਉਣ ਲਈ ਕੁਝ ਵੀ ਕਿਹਾ ਜਾ ਸਕਦਾ। ਸੋ ਲੋਕਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਪਾਲਾਬੰਦੀ ਦੀ ਸਿਆਸਤ ਹੈ, ਇਸ ਤੋਂ ਗੁਰੇਜ਼ ਕਰਨਾ ਚਾਹੀਦਾ। ਇਹੀ ਪਾਲਾਬੰਦੀ ਦੀ ਸਿਆਸਤ SS ਵਿਰਕ ਬਨਾਮ ਸਮੇਰ ਸਿੰਘ ਸੈਣੀ ਦੇ ਇਸ ਜਿਹੜਾ ਵਰਤਾਰਾ ਜਾਂ ਡਾਇਲੋਗ ਉਹਦੇ ਰੂਪ 'ਚ ਵੇਖਣ ਨੂੰ ਮਿਲ ਰਿਹਾ, ਸਾਰਾ ਕੁਝ ਉਹੀ RSS ਵਾਲੇ ਕਰ ਰਹੇ ਨੇ ਗੁੱਜੇ ਢੰਗ ਨਾਲ। ਖਾਲੜਾ ਸਾਹਿਬ ਨੂੰ ਵਡਿਆਇਆ ਵੀ ਜਾ ਰਿਹਾ, ਦੂਜੇ ਪਾਸੇ ਜਿਹੜੀ ਸਟੇਟ ਉਹਨਾਂ ਦੇ ਇਸ਼ਾਰਿਆਂ ਨਾਲ ਚੱਲ ਰਹੀ ਹੈ, ਉਹ ਸਮੇਰ ਸਿੰਘ ਸੈਣੀ ਵਰਗੇ ਨੂੰ ਪ੍ਰੋਟੈਕਟ ਕਰ ਰਹੀ ਹੈ। ਇਹ ਹੁਣ ਲੋਕ ਸੋਚਣ ਕਿ ਤੁਸੀਂ ਪਾਲਾਬੰਦੀ ਦੀ ਸਿਆਸਤ 'ਚ ਪੈਣਾ ਜਾਂ ਆਪਣਾ ਸਿਰ ਵਰਤਣਾ। ਜਿੱਥੋਂ ਤੱਕ ਜਦੋਂ ਅਸੀਂ ਖਾਲੜਾ ਸਾਹਿਬ ਦੇ ਸਾਰੇ ਲਾਈਫ ਨੂੰ ਜਾਂ ਉਹਨਾਂ ਦੇ ਸਟਰਗਲ ਨੂੰ ਸਟੱਡੀ ਕਰਦੇ ਹਾਂ ਤਾਂ ਸਾਡੇ ਸਾਹਮਣੇ ਅਨੇਕਾਂ ਮਿਸਾਲਾਂ ਮਿਲਦੀਆਂ, ਜਿਹੜੀਆਂ ਅੱਜ ਸਮੇਂ ਦੇ ਮੁਤਾਬਕ ਜਿੰਨੀਆਂ ਪ੍ਰਸੰਗਿਕ ਨੇ। ਅੱਜ ਜਦੋਂ ਸਾਹਮਣੇ ਜਿਹੜਾ ਦੋਸ਼ੀ ਹੈ ਜਾਂ ਜਿਸ ਤਰ੍ਹਾਂ ਦਾ ਲੋਕ ਹਿੱਤਾਂ ਦਾ ਘਾਣ ਕਰਨ ਵਾਲਾ, ਉਹਦੇ ਖਿਲਾਫ ਉੱਠਣ ਲਈ ਖਾਲੜਾ ਸਾਹਿਬ ਨੇ ਆਖਰੀ ਦਮ ਤੱਕ ਸੰਘਰਸ਼ ਕੀਤਾ, ਸ਼ਹਾਦਤ ਦਿੱਤੀ। ਉਹਨਾਂ ਦਾ ਪਰਿਵਾਰ ਵੀ ਉਸ ਰਸਤੇ 'ਤੇ ਚੱਲਿਆ। ਅੱਜ ਜਦੋਂ 25ਵਾਂ ਵਰ੍ਹਾ ਕੈਨੇਡਾ ਦੇ ਪੱਧਰ 'ਤੇ, ਵਿਸ਼ਵ ਪੱਧਰ 'ਤੇ ਮਨਾਇਆ ਗਿਆ ਤਾਂ ਉਸ ਵੇਲੇ ਵੀ ਆਵਾਜ਼ ਉੱਠੀ। ਸੋ ਕੀ ਕੋਈ ਅੰਤਰਰਾਸ਼ਟਰੀ ਅਦਾਲਤ ਹੈ ਜਿਹੜੀ ਅੱਜ ਦੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਦੇਵੇ? ਜਦੋਂ ਅਸੀਂ ਇਹਨਾਂ 25,000 ਲਾਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਇੱਕੋ ਹੀ ਦਲੀਲ ਸੀ। ਉਹ ਦਲੀਲ ਕੀ ਅਖਬਾਰ 'ਚ ਪੜ੍ਹਦੇ ਸੀ? ਉਹ ਇਹ ਸੀ ਕਿ ਫਲਾਂ ਨੌਜਵਾਨ, ਸਿੱਖ ਨੌਜਵਾਨ ਪੁਲਿਸ ਦੀ ਹਿਰਾਸਤ ਤੋਂ ਭੱਜਿਆ ਤੇ ਉਸ ਨੂੰ ਪੁਲਿਸ ਨੇ ਪਿੱਛਾ ਕਰਦੇ ਹੋਏ ਮੁਕਾਬਲਾ ਉਸ ਦਾ ਬਣਾਇਆ ਤੇ ਮੁਕਾਬਲੇ 'ਚ ਮਾਰ ਦਿੱਤਾ ਗਿਆ, ਫੇਕ ਇਨਕਾਊਂਟਰ। KPS ਗਿੱਲ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਜੋ ਕੁਛ ਉਹਨੇ ਕੀਤਾ ਸ਼ਰੇਆਮ, ਜਿੰਨਾ ਕੁਛ ਸਰਕਾਰ ਦੀ ਮਿਲੀ ਭੁਗਤ ਸੀ ਬੇਅੰਤ ਸਿੰਘ ਦੀ ਤੇ ਉਹਦੀ,
वो सारा कुछ सामने है। पर अज सुमेध सैनी ते मैं आना चाहना, सुमेध सैनी खुद भज्जिया। अज सरकार इस वेले कह रही है कि उस नूं लभ रही है, पुलिस कह रही है कि उन्होंने लभ रही है। उस सुमेध सैनी नूं किसी नहर ते चौराहे च मुकाबला बना के मारोगे कि उस दा मुकाबला बना के उसनूं खत्म किया जाएगा? नौजवानों वास्ते तो फेक इनकाउंटर करते। अज वो सुमेध सैनी ना लभ रहा, ना पता लग रहा। क्यों? क्योंकि सब नूं पता है कि वो कित्थे है, किहदी हिरासत दे विच है, किस दी सरपरस्ती उसनूं मिल रही है, ते जिहड़ी उस दी जिहड़ी पुष्ट पनाही हो रही है वो सिर्फ तो सिर्फ इस करके कि सरकार का एक हथ ठोका। इहो ਜਿਹੇ कलपुर ਜਿਹੜੇ सरकार ਦੇ ਨੇ ਉਹ सरकार खुद पालती है। सरकार ਉਹਨੂੰ पूरा प्रोटेक्ट कर रही है। इस गल ਦੀ ਇਹੋ ਨਿਸ਼ਾਨੀ कि बार बार कही जाना ਸਾਨੂੰ पता नहीं कित्थे गया। जी जी, सरकार ਨੂੰ ਤਾਂ ਕੈਨੇਡਾ बैठे लोगों की सारी एक्टिविटी बारे पता। गुरुद्वारे 'ਚ कोई सिख भी मार देवे ਉਹਦਾ भी पता ਹੁੰਦਾ ਉਹਨਾਂ ਨੂੰ। जी, ਤੁਹਾਨੂੰ ਇਹ नहीं पता कि सुमेध सिंह सैनी वर्गा बंदा ਜਿਹੜਾ ਜਿਹਨੂੰ Z सिक्योरिटी या हाई सिक्योरिटी मिली हुई है ਉਹਦਾ ਤੁਹਾਨੂੰ पता ही है नहीं गा। ਇਹ ਗੱਲ कौन ਮੰਨੂਗਾ? हाँ, सो ये गल्लां स्टेट ते रिफ्लैक्ट करदियां, स्टेट ते दर्शाउंदियां। मेरा नहीं ख्याल कि अंतरराष्ट्रीय पद्धर ते बॉडी हुण आस कर सकते, क्योंकि एक तो समा बहुत लंघ गया इस गल नूं, दूजा एक समय की सीमा हुंदी है। फिर भारत भी कई पक्षां तो कुछ चीज़ां तो घेरे तो बाहर है। सो उम्मीद बड़ी घट है, पर मैं फिर भी महसूस करदा कि डियासपोरा विच इंटरनेशनल लैवल ते ये गल उठनी चाहिए। इंटरनेशनल लैवल के उत्ते एक वखरा मुकाबला, मतलब एक वखरा मुकदमा चला के हाँ जी, इस सारे केसां की निशानदेही होनी चाहिए। कोई वड्डा कमीशन बिठा के तो इसका कोई निबेड़ा होना चाहिए। बहुत शुक्रिया गुरप्रीत सिंह जी, तुहाडा धन्नवाद, विचारां लई हार्दिक धन्नवाद जी। मेहरबानी। सो अखीर दे विच गल यही है कि जिथे असीं शहीद जसवंत सिंह खालड़ा का 25वां शहीदी दिहाड़ा जिवें मनाया गया, उस दे नाल जिहड़े संकल्प लए गए उन्हां दी गल कीती है। उत्थे यह है कि इंटरनेशनल लैवल ते खालड़ा साहब का शहीदी दिन एक मनुखी अधिकारां दे डिफेंडर के तौर पर, मानवी हक्कां दे रक्षक के तौर पर मनाया जाता है। एक आवाज़ उठेगी कि क्यों एडा मान दिता गया। वो पिछे एक तस्वीर भी सामने आएगी कि 25,000 पंजाब दे विच 25,000 सिख नौजवान को के मार दिते गए, जिन्हां दीयां लाशां नूं लावारस कह के खत्म कर दिता गया, जिन्हां नूं परिवारां नूं भी नहीं सौंपिया गया, जिन्हां दी निशानदेही भी नहीं हो सकी। एक करतूत जिहड़ी है स्टेट की वो सामने आएगी। नाल ही जिहड़ा KPS गिल वर्गियां दा जो उस वेले करतूतां कीतियां, वो अपनी मौत मरे, कुछ नहीं हो सकिया। अज जिहड़ा गिरफ्त च आया उन्हां चों एक जिहड़ा सुमेध सैनी है, उस नूं बहाने नाल प्रोटैक्ट करके बचाउण दी कुछ ही हरकत करन दी थां ते ये देखो कि चाहे वो सुमेध सैनी है, चाहे DGP विरक है, जिसने भी मनुखी हक्कां दा घान कीता उन्हूं सज़ा होवे। अज सुमेध सैनी सियासी हितां लई ही सही, जे वो गिरफ्त च आउंदा है तो उस दे खिलाफ उठो, पर आस बहुत घट है क्योंकि खुद ही चोर ते कुत्ती रले हुए ने। सरकार नूं सब पता है कि वो कित्थे छुपिया होया है, पुलिस नूं ना पता होवे जिन्हें एडी वड्डी सुरक्षा दित्ती होवे, ये हासोहीणी गल है। अदालत नूं ना पता होवे, जे अज भी वो इस गिरफ्त चों निकल गया तो बिल्कुल जिथे एक सुलझे हुए पंजोली साहब एक बड़ी वधिया स्टेटमेंट दित्ती है, तो फिर ये अदालत जिहड़ियां हन ये नैस्तो नाबूद हो जाणगीआं, इन्हां दी होंद जिहड़ी है कुछ नहीं रहेगी जे सुमेध सैनी वर्गा अज भी बच गया। सो आस घट है लोगों की, पर आवाज़ उठाउणी साडा फर्ज है। आओ मिल के इस लई कोशिश करिए ते आपो अपने हितां नूं एक पासे रखते हुए कौमी ते मनुखी हितां लई इकमुठ होइए। बहुत शुक्रिया। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।